ਭਾਈ ਦਦਾਰ ਸਿੰਘ ਜਿਹੜੇ ਕਿ ਮੈਟ੍ਰਿਕ ਤੋਂ ਬਾਅਦ ਉਹਨਾਂ ਨੇ ਇਲੈਕਟ੍ਰੀਸ਼ਨ ਦਾ ਡਿਪਲੋਮਾ ਕੀਤਾ ਅਤੇ ਉਸ ਤੋਂ ਬਾਅਦ ਬਿਜਲੀ ਬੋਰਡ ਦੇ ਵਿੱਚ ਬਤੌਰ SSA ਨੌਕਰੀ ਕਰਦੇ ਸੀ। ਮਤਲਬ ਇਹ ਤੇ ਬੜੇ ਨਾਮੀ ਖਾੜਕੂ ਸੀਗੇ ਜੇ ਜਸਦਰ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਰਹੇ ਆ। ਦਾਦਾ ਜੀ ਥੋੜੇ ਜਿਹੇ ਤੈਚਲ ਹੋਏ ਵੀ ਨੇ ਕੁੱਟ ਕਰਕੇ, ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ। ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਅੰਮ੍ਰਿਤਸਰ ਵਾਲੇ ਸਟੂਡੀਓ ਵਿਖੇ ਪਹੁੰਚੇ ਨੇ ਬਹੁਤ ਹੀ ਸਤਿਕਾਰਯੋਗ ਬੀਬੀ ਭਿੰਦਰ ਕੌਰ, ਜੋ ਕਿ ਧਰਮ ਪਤਨੀ ਨੇ ਸ਼ਹੀਦ ਭਾਈ ਦਦਾਰ ਸਿੰਘ ਸਨ ਆਫ ਰਣ ਸਿੰਘ, ਪਿੰਡ ਅਮਰਗੜ੍ਹ, ਤਹਿਸੀਲ ਖਮਾਣੋਂ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਭਾਈ ਦਦਾਰ ਸਿੰਘ ਜਿਹੜੇ ਕਿ ਮੈਟ੍ਰਿਕ ਤੋਂ ਬਾਅਦ ਉਹਨਾਂ ਨੇ ਇਲੈਕਟ੍ਰੀਸ਼ਨ ਦਾ ਡਿਪਲੋਮਾ ਕੀਤਾ ਅਤੇ ਉਸ ਤੋਂ ਬਾਅਦ ਬਿਜਲੀ ਬੋਰਡ ਦੇ ਵਿੱਚ ਬਤੌਰ SSA ਨੌਕਰੀ ਕਰਦੇ ਸੀ। ਹਾਲਾਤ ਬਦਲੇ ਅਤੇ ਕੁਝ ਖਾੜਕੂ ਸਿੰਘਾਂ ਦੇ ਨਾਲ ਸੰਪਰਕ ਹੋਇਆ, ਘਰ ਆਉਣ ਜਾਣ ਲੱਗ ਪਏ ਵੱਡੇ ਨਾਮੀ ਖਾੜਕੂ ਸਿੰਘ, ਅਤੇ ਉਹਨਾਂ ਦੇ ਨਾਲ ਸੰਪਰਕ 'ਚ ਉਹ ਆ ਗਏ ਅਤੇ ਵੱਡੇ ਖਾੜਕੂ ਸਿੰਘ ਸੀ, ਪੁਲਿਸ ਦੀਆਂ ਨਜ਼ਰਾਂ 'ਚ ਵੀ ਆ ਗਏ। ਅਤੇ ਉਸ ਤੋਂ ਬਾਅਦ ਜੋ ਪਰਿਵਾਰ ਨਾਲ ਹੋਇਆ ਬੀਤਿਆ ਸਾਰੀ ਗੱਲਬਾਤ ਅੱਜ ਬੀਬੀ ਭਿੰਦਰ ਕੌਰ ਜੀ ਦੇ ਨਾਲ ਕਰਦੇ ਹਾਂ। ਅਤੇ ਆਓ ਤੁਹਾਨੂੰ ਮਿਲਵਾਉਂਦੇ ਹਾਂ ਜੀ ਸ਼ਹੀਦ ਭਾਈ ਦਦਾਰ ਸਿੰਘ ਜੀ ਦੀ ਧਰਮ ਪਤਨੀ ਬੀਬੀ ਭਿੰਦਰ ਕੌਰ ਜੀ ਨਾਲ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਾਨੂੰ ਜਾਣਕਾਰੀ ਮਿਲੀ ਆ ਬੀਬੀ ਜੀ ਕਿ ਤੁਹਾਡੇ ਸਰਦਾਰ ਜੀ ਜਿਹੜੇ ਨੇ ਇਹ ਮਤਲਬ ਨੌਕਰੀ ਕਰਦੇ ਸੀ ਬਿਜਲੀ ਬੋਰਡ 'ਚ। ਹਾਂਜੀ, ਬਿਜਲੀ ਬੋਰਡ 'ਚ ਨੌਕਰੀ ਕਰਦੇ ਸੀ ਜੀ। ਅਤੇ ਇਹ ਕਿਵੇਂ ਫਿਰ ਇਹ ਖਾੜਕੂ ਸਫਾਂ 'ਚ ਆ ਗਏ? ਬਸ ਜੀ ਉਹ ਆਉਣ ਜਾਣ ਲੱਗ ਪਏ ਘਰੇ। ਕਿਹੜਾ ਕਿਹੜਾ ਸਿੰਘ ਆਉਂਦਾ ਸੀ, ਕੋਈ ਨਾਮ ਯਾਦ ਜੀ? ਹਾਂਜੀ, ਬਲਦੇਵ ਹਵਾਰਾ ਜੀ, ਜਗਤਾਰ ਹਵਾਰਾ। ਅੱਛਾ। ਹਾਂਜੀ, ਇੱਕ ਸਿੰਦਰ ਹੁੰਦਾ ਸੀਗਾ ਹਵਾਰੇ ਦਾ ਹੀ। ਅੱਛਾ। ਹਾਂਜੀ, ਬਸ ਮਤਲਬ ਇਹ ਤੇ ਬੜੇ ਨਾਮੀ ਖਾੜਕੂ ਸੀਗੇ ਜੇ ਜਸਦਰ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਰਹੇ ਆ। ਹਾਂਜੀ, ਬਲਦੇਵ ਬਹੁਤ ਜਗਤਾਰ ਨਾਲੋਂ ਵੀ ਜ਼ਿਆਦਾ ਸੀ ਜੀ। ਅੱਛਾ ਜੀ। ਹਾਂਜੀ, ਬਲਦੇਵ ਸਿੰਘ ਹਵਾਰਾ। ਠੀਕ ਠੀਕ। ਹਾਂਜੀ ਹਾਂਜੀ, ਬਸ ਜੀ ਅਸੀਂ ਬਹੁਤ ਕਿਹਾ ਵੀ ਰਹਿਣ ਦਿਓ, ਸਾਨੂੰ ਪਿੱਛੇ ਔਖਾ ਹੋ ਜਾਣਾ। ਦੇਖ ਲਓ ਮੇਰੇ 4 ਬੇਟੀਆਂ ਸੀਗੀਆਂ। ਅੱਛਾ। ਹਾਂਜੀ, ਉਹਦੇ ਕਰਕੇ ਬਸ ਹਟੇ ਹੀ ਨਹੀਂ। ਬਜ਼ੁਰਗ ਸੀਗੇ ਸਾਡੇ, ਉਹ ਮੁੱਕ ਗਏ। ਬਸ ਬਜ਼ੁਰਗ ਦੇ ਮੁੱਕਣ ਤੋਂ ਬਾਅਦ ਵਿੱਚ ਫਿਰ ਕਿਸੇ ਦਾ ਜਮਾ ਹੀ ਡਰ ਪੈ ਹੀ ਨਹੀਂ ਰਿਹਾ। ਬਸ ਸੁਣੀਓ ਹੀ ਨਹੀਂ ਹੈਗੀ ਸਾਡੀ। ਕਹਿੰਦੇ ਵੀ ਹੁਣ ਤਾਂ ਮੈਂ ਚੱਲ ਪਿਆ ਇਸ ਪਾਸੇ ਨੂੰ, ਵੀ ਹੁਣ ਨਹੀਂ ਹਟ ਸਕਦਾ, ਵੀ ਇਹਦੇ ਵਿੱਚ ਤਾਂ ਮੇਰੀ ਬੇਇੱਜ਼ਤੀ ਆ, ਵੀ ਜੋ ਮਰਜ਼ੀ ਹੋ ਜਾਵੇ ਮੈਂ ਤਾਂ ਹੁਣ ਇੱਦਾਂ ਹੀ ਰਹੂੰ। ਅੱਛਾ, ਇੱਕ ਗੱਲ ਹੋਰ ਭਈ ਇਹ ਪੁਲਿਸ ਨੂੰ ਪਹਿਲਾਂ ਹੀ ਕੋਈ ਸ਼ੱਕ ਪੈ ਗਿਆ ਸੀ, ਭਗੌੜੇ ਹੋ ਗਏ ਸੀਗੇ ਫਿਰ ਇਹ? ਜੀ ਹਾਂਜੀ, ਮੇਰੀ ਬੇਟੀ ਜੀ ਜਿਹੜੀ ਤੀਜੇ ਨੰਬਰ 'ਤੇ ਸੀਗੀ, ਉਹ ਉਦਣ 8 ਦਿਨ ਦੀ ਸੀਗੀ। ਹਾਂਜੀ, ਜਿਸ ਦਿਨ ਸਾਡੇ ਘਰੇ ਪੁਲਿਸ ਨੇ ਰੇਡ ਮਾਰੀ ਹੈ, ਬਸ ਜੀ ਆ ਕੇ ਘਰੇ ਖੜੇ ਹੀ ਸੀਗੇ। ਹਾਲੇ ਪਟਿਆਲੇ ਤੋਂ ਆਏ ਸੀਗੇ, ਆਪਣਾ ਕੋਈ ਬਿਜਲੀ ਬੋਰਡ ਦਾ ਹੀ ਕੰਮ ਸੀਗਾ। ਆ ਕੇ ਹਾਲੇ ਖੜੇ ਹੀ ਨੇ, ਜਦੋਂ ਹੀ ਸਾਡੇ ਆਲੇ ਦੁਆਲੇ ਚਾਰੇ ਪਾਸੇ ਪੁਲਿਸ ਦਾ ਘੇਰਾ ਪੈ ਗਿਆ। ਖੇਤਾਂ ਵਿੱਚ ਰਹਿੰਦੇ ਹਾਂ ਜੀ ਅਸੀਂ। ਅੱਛਾ। ਹਾਂਜੀ, ਬਸ ਜਦੋਂ ਹੀ ਉੱਥੋਂ ਪਕੌੜੇ ਹੋ ਗਏ। ਉੱਥੇ ਕਾਬੂ ਨਹੀਂ ਆਏ ਪੁਲਿਸ ਦੇ? ਨਹੀਂ ਜੀ, ਉੱਥੋਂ ਨਹੀਂ ਕਾਬੂ ਆਏ। ਖੇਤਾਂ 'ਚ ਨੂੰ ਪਿੱਛੇ ਨੂੰ ਭੱਜ ਗਏ। ਉਹਨਾਂ ਦੂਜਾ ਭਰਾ ਵੀ ਭੱਜ ਗਿਆ, ਇੱਕ ਹੋਰ ਸੀਗਾ। ਹਾਂਜੀ, ਇੱਕ ਜਿਹੜਾ ਮੇਰਾ ਭਣੋਈਆ ਸੀਗਾ, ਅਸੀਂ ਦੋਨੋਂ ਭੈਣਾਂ ਸੀਗੀਆਂ ਘਰੇ, ਉਹ ਹੱਥ ਆ ਗਏ ਪੁਲਿਸ ਦੇ। ਹਾਂਜੀ, ਉੱਥੇ ਬਹੁਤ ਕੁੱਟਿਆ ਜੀ ਉਹਨਾਂ ਨੂੰ, ਇੰਨਾ ਕੁੱਟਿਆ ਬਸ ਗੱਲ ਛੱਡ ਦਿਓ ਤੁਸੀਂ, ਰਾਟ ਪਵਾ ਕੇ ਛੱਡਿਆ। ਹਾਂਜੀ, ਫਿਰ ਮੇਰੀ ਬੇਟੀ ਸੀਗੀ 8 ਦਿਨ ਦੀ, ਮੇਰੀ ਭੈਣ ਸੀਗੀ, ਅਸੀਂ ਦੋਨੋਂ ਭੈਣਾਂ ਇੱਕ ਘਰ। ਮੇਰੀ ਭੈਣ ਦੇ ਮਾਰਿਆ ਥੱਪੜ। ਖਨੀ ਰੋਪੜ ਦਾ SSP ਸੀਗਾ, ਖਨੀ ਕਿਹੜਾ ਸੀ। ਹਾਂਜੀ, ਕਹਿੰਦਾ ਵੀ ਕੀ ਕਰਦੇ ਹੋ ਤੁਸੀਂ ਇੱਥੇ, ਕਿ ਕੌਣ ਆਉਂਦਾ ਤੁਹਾਡੇ?
ਅਸੀਂ ਕਿਹਾ ਵੀ ਸਾਨੂੰ ਤਾਂ ਪਤਾ ਨਹੀਂ ਕੌਣ ਦੇ, ਜਾਂ ਤਾਂ ਅਸੀਂ ਇਹਨਾਂ ਦੇ ਨਾਂ ਵੀ ਨਹੀਂ ਸੀ ਜਾਣਦੀਆਂ। ਇਹ ਤਾਂ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਆਹ ਨਾਂ ਸੀਗੇ, ਵੀ ਆਹ ਇਹਨਾਂ ਦਾ ਪਿੰਡ ਸੀਗਾ। ਹਾਂਜੀ, ਜਾਂ ਤਾਂ ਲਕੋ ਰੱਖਦੇ ਸੀਗੇ ਸਾਤੋਂ। ਬਸ ਜੀ ਜਦ ਤੋਂ ਬਾਅਦ ਫਿਰ ਅਸੀਂ ਪਿੰਡ ਚਲੇ ਗਏ। ਸਾਡਾ ਸਾਰਾ ਕੁਛ ਉਦਣ ਪੁਲਿਸ ਖੰਡਾ ਗਈ, ਬਹੁਤ ਬੁਰਾ ਹਾਲ ਕਰਿਆ, ਕੁੱਟ ਮਾਰ ਸਭ ਨੂੰ। ਸਾਡੇ ਮਿਸਤਰੀ ਲੱਗੇ ਹੋਏ ਸੀਗੇ, ਮਿਸਤਰੀਆਂ ਨੂੰ ਵੀ ਚੱਕ ਕੇ ਲੈ ਗਈ ਪੁਲਿਸ। ਹਾਂਜੀ, ਫਿਰ ਉਸ ਤੋਂ ਬਾਅਦ ਵਿੱਚ ਉਦਣ ਸਾਨੂੰ ਰਾਤ ਪੈ ਗਈ, ਦਿਨ ਦੇ ਛਪਾ ਜੀ ਦੀ ਉਹ ਗੱਲ ਆ। ਰਾਤ ਨੂੰ ਫਿਰ ਸਾਨੂੰ ਸਾਡੇ ਸਕੇ ਘਰਾਂ ਦੇ ਪਿੰਡ ਦੇ ਲੈ ਗਏ। 8 ਦਿਨ ਦੀ ਮੇਰੀ ਬੇਟੀ ਸੀਗੀ, ਉਹ ਸਾਨੂੰ ਲੈ ਗਏ। ਉੱਦਾਂ ਹੀ ਅਸੀਂ ਜਿੰਦੇ ਕੁੰਡੇ ਖੁੱਲ੍ਹੇ ਛੱਡ ਗਏ। ਬਸ ਜਦੇ ਗਈ ਆ ਪੁਲਿਸ, ਉਦੋਂ ਬਾਅਦ ਵਿੱਚ ਜਦੇ ਪੁਲਿਸ ਫੇਰ ਆ ਗਈ। ਅੱਛਾ। ਹਾਂਜੀ, ਸਾਰੀ ਰਾਤ ਉੱਥੇ ਰਹੀ। ਬਸ ਜੀ ਫਿਰ ਉਦੋਂ ਬਾਅਦ ਵਿੱਚ ਅਸੀਂ ਘਰ ਨਹੀਂ ਬੜੇ ਹੈਗੇ ਆ ਕੇ। ਅੱਛਾ, ਉਹ ਦਿਨ ਜਾਏ ਮੁੜ ਕੇ ਫਿਰ ਘਰ ਨਹੀਂ ਤੁਹਾਨੂੰ ਟਿਕਣ ਦਿੱਤਾ? ਹਾਂਜੀ, ਮੁੜ ਕੇ ਅਸੀਂ ਘਰ ਨਹੀਂ ਬੜੇ। ਫਿਰ ਉਹ ਮੈਨੂੰ ਬਾਹਰ ਹੀ ਕਿਤੇ ਬੁਲਾ ਕੇ ਮਿਲੇ ਨੇ, ਫਿਰ ਮੈਨੂੰ ਨਾਲ ਹੀ ਰੱਖਿਆ। ਫਿਰ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ, ਬਸ ਇੱਦਾਂ ਹੀ ਲੰਘੇ ਨੇ 3 ਸਾਲ। ਫਿਰ ਇਹਨਾਂ ਨੇ ਘਰਦਿਆਂ ਨੇ ਵੀ ਪਿੱਛੇ, ਮੇਰੀ ਭੈਣ ਜਠਾਣੀ, ਇਹਨਾਂ ਨੇ ਵੀ ਕਦੇ ਕਿਸੇ ਦੇ ਰਹਿ ਕੇ ਟਾਈਮ ਪਾਸ ਕੀਤਾ ਜੀ। ਹਾਂਜੀ, ਬਹੁਤ ਗਲਤ ਸਮਾਂ ਸੀ ਜੀ, ਸਾਡੇ ਨਾਲ ਤਾਂ ਬਹੁਤ ਜ਼ਿਆਦਾ ਹੋਈ ਆ ਜੀ। ਕੋਈ ਸਮਾਨ ਵੀ ਨਹੀਂ ਛੱਡਿਆ, ਕੁਛ ਨਹੀਂ ਛੱਡਿਆ, ਘਰ ਖਾਲੀ ਕਰਤਾ। ਸਾਰਾ ਸਮਾਨ ਵੀ ਪੁਲਿਸ ਚੱਕ ਕੇ ਲੈ ਗਈ? ਹਾਂਜੀ, ਸਭ ਕੁਛ ਲੈ ਗਏ ਜੀ ਚੱਕ ਕੇ, ਕੁਛ ਨਹੀਂ ਛੱਡਿਆ ਹੈਗਾ। ਦਾ ਦੁਬਾਰਾ ਕੀਤਾ ਜੀ ਸਾਰਾ ਕੁਛ। 1990 ਦੇ ਵਿੱਚ ਜਿਵੇਂ ਬੀਬੀ ਭਿੰਦਰ ਕੌਰ ਜੀ ਦੱਸ ਰਹੇ ਨੇ ਕਿ ਪਹਿਲਾਂ ਖਾੜਕੂ ਸਿੰਘਾਂ ਦਾ ਘਰ ਦੇ ਵਿੱਚ ਆਉਣ ਜਾਣ ਸੀ, ਕਿਤੇ ਪੁਲਿਸ ਨੂੰ ਸ਼ੱਕ ਪੈ ਗਿਆ ਜਾਂ ਕਿਤੇ ਕਿਸੇ ਮੁਖਬਰ ਨੇ ਸੂਚਨਾ ਦੇ ਦਿੱਤੀ ਅਤੇ ਪੁਲਿਸ ਨੇ ਘਰ ਰੇਡ ਕੀਤਾ। 1990 ਤੋਂ ਬਾਅਦ ਫਿਰ 93 ਤੱਕ ਘਰ ਨਹੀਂ ਮੁੜ ਕੇ ਵੜੇ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ 3 ਸਾਲ ਲਗਾਤਾਰ ਫਿਰ ਭਾਈ ਦਦਾਰ ਸਿੰਘ ਖਾੜਕੂ ਸਫਾਂ ਦਾ ਉਸ ਏਰੀਏ ਦਾ ਇੱਕ ਵੱਡਾ ਅਤੇ ਚਰਚਿਤ ਨਾਂ ਸੀ। ਜਿਹੜੇ ਸਿੰਘਾਂ ਦਾ ਨਾਂ ਲੈ ਰਹੇ ਨੇ, ਜਿਸ ਦਾ ਜਗਤਾਰ ਸਿੰਘ ਜੀ ਹਵਾਰਾ, ਸ਼ਹੀਦ ਭਾਈ ਬਲਦੇਵ ਸਿੰਘ ਜੀ ਹਵਾਰਾ ਔਰ ਹੋਰ ਸਿੰਘ, ਬੜੇ ਉਸ ਵਕਤ ਉਸ ਏਰੀਏ ਦੇ ਬੜੇ ਵੱਡੇ ਨਾਂ ਸੀਗੇ ਖਾੜਕੂ ਸਫਾਂ ਦੇ। ਅਤੇ ਨੈਚੁਰਲੀ ਸੀਗਾ ਕਿ ਐਡੇ ਵੱਡੇ ਨਾਵਾਂ ਨਾਲ ਜਦੋਂ ਨਾਂ ਜੁੜਦਾ ਸੀਗਾ ਅਤੇ ਫਿਰ ਪੁਲਿਸ ਨੇ ਸਖਤੀ ਕਰਨੀ ਸੀਗੀ। ਅਤੇ ਉਸ ਤੋਂ ਬਾਅਦ ਪੁਲਿਸ ਦਾ ਇਹ ਲਗਾਤਾਰ ਦੌਰ ਚੱਲਦਾ ਰਿਹਾ। ਅਤੇ ਤੁਸੀਂ ਛੋਟੇ ਛੋਟੇ ਬੱਚੇ ਲੈ ਕੇ ਇਸ ਤਰ੍ਹਾਂ ਹੀ ਕਦੀ ਕਿਸੇ ਦੇ ਘਰ, ਕਦੀ ਕਿਸੇ ਦੇ ਜੀ, ਕਦੇ ਕਿਸੇ ਦੇ, ਬਸ ਇੱਦਾਂ ਹੀ ਫਿਰਦੇ ਰਹੇ ਜੀ ਅਸੀਂ ਤਾਂ। ਆ ਮੇਰੀ ਭੈਣ ਵੀ ਕਦੇ ਕਿਸੇ ਦੇ ਕਦੇ ਕਿਸੇ ਦੇ, ਇਹਨੂੰ ਲੈ ਗਈ ਪੁਲਿਸ 2 ਵਾਰ ਫੜ ਕੇ। ਇਹ ਮਹੀਨਾ ਸਾਰਾ ਰੱਖੀ ਸਰਹੰਦ ਸੀ ਆਈ 'ਚ, ਬਹੁਤ ਕੁੱਟਿਆ, ਬਹੁਤ ਆਹ ਕਰੰਟ ਲਗਾਏ। ਮੇਰੀ ਮਾਤਾ ਨੂੰ ਵੀ ਲੈ ਗਈ ਚੱਕ ਕੇ ਅੰਬਾਲੇ ਵਾਲੀ ਪੁਲਿਸ। ਹਾਂਜੀ, ਬਹੁਤ ਕੋਈ ਨਹੀਂ ਜੀ ਛੱਡਿਆ ਹੈਗਾ। ਜਿਹੜੇ ਇਹਨਾਂ ਦੇ ਦੂਜੇ ਭਰਾ ਨੇ ਉਹ ਰੋਗੀ ਹੋਏ ਪਏ ਨੇ, ਉਹਨਾਂ ਦੀਆਂ ਲੱਤਾਂ ਬਾਹਾਂ ਨਾ ਉਹਨਾਂ ਨੂੰ ਕੰਨਾਂ ਤੋਂ ਸੁਣਦਾ। ਮਤਲਬ ਪੁਲਿਸ ਤਸ਼ੱਦਦ ਨਾਲ ਹੀ ਉਹਨਾਂ ਦਾ ਇਹ ਹਾਲ ਹੋਇਆ ਪਿਆ? ਹਾਂਜੀ ਹਾਂਜੀ, ਬਹੁਤ ਜ਼ਿਆਦਾ ਜੀ। ਇੱਕ ਤਾਂ ਇਹਨਾਂ ਦਾ ਭਰਾ ਵੀ ਮਾਰੇ ਦਿੱਤਾ ਸੀਗਾ ਜਮਾਂ ਹੀ, ਫਿਰ ਉਹਨੂੰ ਲੁਧਿਆਣੇ CMC 'ਚ ਲੈ ਗਏ ਆਪੇ ਹੀ। ਐਂ ਹੋ ਗਿਆ ਸੀ, ਉਹਨਾਂ ਨੂੰ ਵੀ ਕੁੱਟ 'ਚ ਵੀ ਮਰੇ ਹੀ ਗਿਆ ਇਹ। ਹਾਂਜੀ, ਫਿਰ ਉਹ ਉੱਥੇ ਦਾਖਲ ਰੱਖਿਆ ਬਹੁਤ ਕਈ ਦਿਨ। ਫਿਰ ਉਦੋਂ ਬਾਅਦ ਵਿੱਚ ਫੇਰ ਰੱਖਿਆ ਥਾਣੇ, ਫੇਰ ਠੀਕ ਠੂਕ ਕਰਕੇ ਹੌਲੀ ਹੌਲੀ ਫੇਰ ਛੱਡਿਆ। ਕਿੰਨੇ ਭਰਾ ਨੇ ਭਾਈ ਦਦਾਰ ਸਿੰਘ? 6 ਭਰਾ ਸੀਗੇ ਜੀ ਇਹ। ਹਾਂਜੀ, ਬਾਕੀ 5 ਦੇ ਨਾਲ ਹੀ ਫਿਰ ਇਹ ਸਖਤੀ ਹੁੰਦੀ ਰਹੀ? ਇੱਕ ਜੀ ਪਹਿਲਾਂ ਮੁੱਕ ਲਿਆ ਸੀ ਇਹਨਾਂ ਤੋਂ। ਹਾਂਜੀ, ਇੱਕ ਪਹਿਲਾਂ ਮੁੱਕ ਲਿਆ ਸੀ। ਇੱਕ ਪਿੰਡ ਰਹਿੰਦਾ ਸੀਗਾ ਜੀ ਸਾਰਿਆਂ ਤੋਂ ਵੱਡਾ, ਉਹ ਜੀ ਪੁਲਿਸ ਦਾ ਟੌਟ ਬਣ ਗਿਆ। ਹਾਂਜੀ, ਉਹ ਇਹ ਗੱਲ ਜਿਹੜੀ ਆ ਤੁਸੀਂ ਸਾਰੀ ਦੁਨੀਆ ਨੇ ਸੁਣਨੀ ਆ, ਵਾਕਿਆ ਇਹ ਗੱਲ ਸੱਚਾਈ ਆ? ਹਾਂਜੀ ਹਾਂਜੀ ਹਾਂਜੀ, ਉਹ ਜੀ ਪੁਲਿਸ ਦਾ ਟੌਟ ਬਣ ਗਿਆ। ਉਹ ਕਹਿੰਦਾ ਰਿਹਾ ਵੀ ਮੇਰਾ ਤਾਂ ਬੇਦਖਲ ਕੀਤਾ ਹੋਇਆ, ਮੇਰਾ ਤਾਂ ਕੁਛ ਨਹੀਂ ਲੱਗਦਾ ਇਹ। ਹਾਂਜੀ, ਬਸ ਉਹਨਾਂ ਨੂੰ ਕੁਛ ਨਹੀਂ ਕਿਹਾ ਹੈਗਾ। ਫਿਰ ਪੁਲਿਸ ਨੇ ਜਿਹੜੇ ਦੂਜੇ ਸੀਗੇ 2, ਉਹਨਾਂ ਨੂੰ ਛੱਡਿਆ ਹੈ ਨਹੀਂ। ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਗਾ, ਕਿਉਂਕਿ ਜਦੋਂ ਏਡੇ ਨਾਮੀ ਸਿੰਘਾਂ ਦੇ ਨਾਲ ਕੋਈ ਸਿੰਘ ਨਿਕਲਦਾ ਘਰੋਂ, ਫਿਰ ਪਿੱਛੇ ਪਰਿਵਾਰਾਂ ਨੂੰ ਤਾਂ ਪਰੇਸ਼ਾਨ ਕਰਦੀ ਰਹੀ ਆ ਪੁਲਿਸ। ਅੱਛਾ, ਮੈਂ ਹੈਰਾਨ ਆ ਕਿ ਇਹ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਨਾਂ ਬੇਅੰਤ ਸਿੰਘ ਕਤਲਕਾਂਡ 'ਚ ਆਉਂਦਾ, ਅਤੇ ਉਦੋਂ ਤਾਂ ਫਿਰ ਉਦੋਂ ਤੱਕ ਤਾਂ ਇਹ ਸ਼ਹੀਦ ਹੋ ਚੁੱਕੇ ਸੀਗੇ ਤੁਹਾਡੇ, ਅਤੇ ਤੁਹਾਨੂੰ ਫਿਰ ਕੋਈ ਪਰੇਸ਼ਾਨੀ ਆਈ ਪਰਿਵਾਰ ਦੀ? ਹਾਂਜੀ ਹਾਂਜੀ, ਮੈਨੂੰ ਪਰੇਸ਼ਾਨੀ ਆਈ ਹੈ ਜੀ। ਜਦੋਂ ਇਹ ਬੇਅੰਤ ਦਾ ਹੋਇਆ ਕੰਮ, ਉਦੋਂ ਵੀ ਮੈਨੂੰ ਫੜਿਆ ਪੁਲਿਸ ਨੇ। ਹਾਂਜੀ, ਫਿਰ ਜਦੋਂ ਮੈਂ ਤਾਂ ਫਿਰ ਬਾਅਦ ਵਿੱਚ ਜਾਣੀ ਇਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਵਿੱਚ ਮੈਂ ਪੇਸ਼ ਹੋ ਗਈ ਸੀਗੀ ਆ ਕੇ ਫਤਿਹਗੜ੍ਹ ਸਾਹਿਬ SSP ਦੇ। ਮੇਰੇ ਵੱਡੇ ਭਰਾ ਨੇ ਮੈਨੂੰ ਗੱਲਬਾਤ ਕਿਸੇ ਦੇ ਨਾਲ ਕਰਕੇ ਪੇਸ਼ ਕੀਤਾ। ਚਲੋ ਮੈਨੂੰ ਪੇਸ਼ ਕੀਤਾ, ਫਿਰ ਇਹਨਾਂ ਨੇ ਮੈਨੂੰ ਮਹੀਨਾ ਰੱਖਿਆ ਜੀ CI 'ਚ। ਜਾਣੀ ਮੈਂ ਐਵੇਂ ਕਹਾਂ, ਮੈਨੂੰ ਕੁਛ ਨਹੀਂ ਕਿਹਾ ਹੈਗਾ, ਮੈਨੂੰ ਹੱਥ ਤੱਕ ਨਹੀਂ ਲਗਾਇਆ ਕਿਸੇ ਨੇ। ਇੱਕ ਲੇਡੀ ਪੁਲਿਸ ਵਾਲੀ ਹਰ ਟਾਈਮ ਮੇਰੇ
ਦਿਨ ਰਾਤ ਮੇਰੇ ਕੋਲ ਰਹਿੰਦੀ ਸੀਗੀ। ਤੇ ਉਸ ਤੋਂ ਬਾਅਦ ਵਿੱਚ ਫਿਰ ਇਹਨਾਂ ਨੇ ਮੈਨੂੰ ਮਹੀਨੇ ਤੋਂ ਬਾਅਦ ਵਿੱਚ ਫਿਰ ਸਰਹੰਦ ਕਮਰਾ ਲੈ ਕੇ ਦਿੱਤਾ। ਉੱਥੇ ਮੈਨੂੰ ਕਮਰਾ ਲੈ ਕੇ ਮੇਰੇ ਘਰ ਦੇ, ਮੇਰੀ ਮਾਤਾ, ਮੇਰੀ ਭਰਜਾਈ, ਮੇਰੀ ਇਹ ਭੈਣ, ਇਹ ਐਦਾਂ ਮੇਰੇ ਕੋਲ ਬਦਲ ਕੇ ਰਹਿੰਦੀਆਂ ਰਹੀਆਂ। ਮਹੀਨਾ 1.5 ਮਹੀਨਾ ਮੈਨੂੰ ਉੱਥੇ ਰੱਖਿਆ ਤੇ ਫਿਰ ਇਹ ਕਹਿੰਦੇ ਵੀ ਅਸੀਂ ਦੇਖਣਾ ਵੀ ਇੱਥੇ ਇਹਦੇ ਕੋਲ ਕੌਣ ਆਉਂਦਾ ਹੈ। ਹਾਂਜੀ, ਮੇਰੇ ਤੇ ਨਿਗਰਾਨੀ ਰੱਖੀ ਪੂਰੀ। ਉਸ ਤੋਂ ਬਾਅਦ ਵਿੱਚ ਫਿਰ ਮੈਂ ਘਰੇ ਆ ਗਈ ਪੇਕੇ, ਮੇਰਾ ਭਰਾ ਲਿਆਇਆ। ਫਿਰ ਉੱਥੋਂ ਮੇਰਾ ਭਰਾ ਇੱਥੇ ਫਤਿਹਗੜ੍ਹ ਸਾਹਿਬ SSP ਸਾਹਿਬ ਦੇ ਹਾਜ਼ਰੀ ਲਵਾਉਣ ਲੈ ਕੇ ਜਾਂਦਾ ਰਿਹਾ ਰੋਜ਼। ਅੱਛਾ, ਕਿੰਨਾ ਚਿਰ ਹਾਜ਼ਰੀ ਲੱਗਦੀ ਰਹੀ ਤੁਹਾਡੀ? ਬਹੁਤ ਜੀ ਲੱਗਦੀ ਰਹੀ ਆ, ਸਾਲ ਹੀ ਲੰਘ ਗਿਆ ਸੀਗਾ ਜੀ। ਅੱਛਾ, 1 ਸਾਲ ਲਗਾਤਾਰ ਹਾਜ਼ਰੀ ਵੀ ਲੱਗਦੀ? ਫਿਰ ਸਾਡੇ ਪਿੰਡ ਦੇ ਨਾਲ ਇੱਕ ਛੋਟਾ ਨਵਾਂ ਪਿੰਡ ਹੈ ਜੀ, ਉਹ ਸਾਨੂੰ ਉੱਥੇ ਸਰਪੰਚ ਸਾਹਿਬ ਮਿਲ ਗਏ ਫਤਿਹਗੜ੍ਹ ਸਾਹਿਬ। ਉਹਨੇ ਮੈਨੂੰ ਪਛਾਣ ਲਿਆ, ਉਹ ਕਹਿੰਦਾ ਵੀ ਬੀਬੀ ਤੁਸੀਂ ਇੱਥੇ? ਮੈਂ ਕਿਹਾ ਵੀ ਮੇਰੀ ਤਾਂ ਹਾਜ਼ਰੀ ਲੱਗਦੀ ਆ ਵੀਰ ਜੀ, ਵੀ ਅਸੀਂ ਤਾਂ ਰੋਜ਼ ਆਉਂਦੇ ਆ। ਚਲੋ ਜੀ, ਫਿਰ ਉਹ ਜਣੀ ਸੋਹਣਾ ਮੰਨਿਆ ਦੰਨਿਆ ਸੀਗਾ, ਪੁਲਿਸ ਛਡਾਉਂਦੇ ਵੀ ਰਹੇ ਨੇ ਬੰਦਿਆਂ ਨੂੰ ਇਸ ਉਹਦੇ ਵਿੱਚ ਹਾਲਾਤਾਂ 'ਚ। ਫਿਰ ਉਹਨੇ ਕਿਹਾ SSP ਸਾਹਿਬ ਨੂੰ, ਕਹਿੰਦਾ ਵੀ ਬੰਦਾ ਰਿਹਾ ਨਹੀਂ ਹੈਗਾ, ਵੀ ਤੁਸੀਂ ਇਹਨਾਂ ਨੂੰ ਕਿਉਂ ਹੈਰਾਨ ਕਰਦੇ ਹੋ, ਵੀ ਇਹਨਾਂ ਕੋਲ ਕੀ ਆ, ਹੁਣ ਇਹਨਾਂ ਨੂੰ ਤਾਂ ਘਰ ਬੈਠਣ ਦਿਓ। ਬਸ ਜੀ, ਫਿਰ ਉਦੋਂ ਤੋਂ ਮੈਨੂੰ ਕਹਿਤਾ ਸੀ SSP ਸਾਹਿਬ ਨੇ ਵੀ ਅੱਜ ਤੋਂ ਆਪਣੇ ਘਰੇ ਹੀ ਰਹਿਣਾ, ਵੀ ਜੇ ਕੋਈ ਆਊਗਾ ਤਾਂ ਸਾਨੂੰ ਦੱਸਣਾ, ਜੇ ਤੇਰੇ ਕੋਲ ਕੋਈ ਆਊਗਾ। ਅੱਛਾ, ਇਹ 10 ਅਗਸਤ 1993 ਨੂੰ ਸ਼ਹੀਦ ਭਾਈ ਦਦਾਰ ਸਿੰਘ ਜੀ ਦਾ ਮੁਕਾਬਲਾ ਹੁੰਦਾ। ਜਦੋਂ ਕਿਉਂਕਿ ਤੁਸੀਂ ਤੇ ਨਾਲ ਹੀ ਹੁਣ ਰਹਿੰਦੇ ਸੀਗੇ, ਜਿਸ ਦਿਨ ਮੁਕਾਬਲਾ ਹੁੰਦਾ ਉਦੋਂ ਤੁਸੀਂ ਕਿੱਥੇ ਸੀ? ਉਦਣ ਜੀ ਮੈਂ ਸੀਗੀ ਖੈੜ ਦੇ ਕੋਲ ਹੈ ਜੀ ਪਿੰਡ ਮਨਾਣਾ। ਅੱਛਾ, ਹਾਂਜੀ, ਉੱਥੇ ਸੀ ਮੈਂ। ਅੱਛਾ, ਤੁਹਾਨੂੰ ਉੱਥੇ ਛੱਡ ਕੇ ਹਾਂਜੀ, ਆਪ ਇਹ ਕਿਤੇ ਇਕੱਠੇ ਹੋ ਕੇ ਲਾਂਭੇ ਸੀ? ਦੋਨੋਂ ਇਕੱਠੇ ਹੀ ਆਏ ਸੀਗੇ ਜੀ, ਜਗਤਾਰ ਆ ਰਹੇ, ਮੇਰੇ ਘਰ ਵਾਲਾ ਇਕੱਠੇ ਹੀ ਆਏ ਸੀ ਮੇਰੇ ਕੋਲੋਂ। ਅੱਛਾ, ਹਾਂਜੀ, ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਇਹ ਦੋਨੋਂ ਇਕੱਠੇ ਗਏ ਤੁਹਾਡੇ ਕੋਲ? ਹਾਂਜੀ, ਇਕੱਠੇ ਗਏ ਨੇ ਜੀ। ਫਿਰ ਇਹਨਾਂ ਦਾ ਉਸੇ ਰਾਤ ਜਦੋਂ ਮੇਰੇ ਕੋਲੋਂ ਆਏ ਨੇ, ਉਸੇ ਰਾਤ ਮੁਕਾਬਲਾ ਹੋ ਗਿਆ ਤੇ ਦੂਜੇ ਦਿਨ ਮੇਰੇ ਕੋਲ ਜਗਤਾਰ ਫੇਰ ਪਹੁੰਚ ਗਿਆ। ਅੱਛਾ, ਮਤਲਬ ਉਹ ਮੁਕਾਬਲੇ 'ਚੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਨਿਕਲ ਗਿਆ? ਹਾਂਜੀ ਹਾਂਜੀ, ਜਾਣੀ ਜੀ ਮੇਰੇ ਬੇਟੀ ਹੋਣ ਵਾਲੀ ਸੀ ਜੀ, ਛੋਟੀ ਬੇਟੀ ਸਾਰੀਆਂ ਤੋਂ। ਵੀ ਜਦੋਂ ਮੇਰੀ ਬੇਟੀ ਹੋਣ ਵਾਲੀ ਸੀ, ਜਦੋਂ ਫਿਰ ਮੈਨੂੰ ਦੱਸਿਆ ਨਹੀਂ ਹੈਗਾ ਜਗਤਾਰ ਨੇ ਜਾ ਕੇ, ਫਿਰ ਮੈਨੂੰ ਕਹਿੰਦਾ ਵੀ ਜਿੱਥੋਂ ਆਪਾਂ ਆਏ ਆ ਵੀ ਉੱਥੇ ਹੀ ਜਾਣਾ। ਹਾਂ, ਮੈਂ ਕਿਹਾ ਵੀ ਉਹ ਨਹੀਂ ਆਏ ਹੈਗੇ, ਦੇਖ ਲਾ, ਭੈਣ ਭਾਈਆਂ ਵਾਂਗੂ ਰਹਿੰਦੇ ਸੀਗੇ, ਇਕੱਠੇ ਰਹੇ ਆ ਜੀ। ਫਿਰ ਉਹ ਕਹਿੰਦਾ ਵੀ ਉਹ ਤਾਂ ਪਾਕਿਸਤਾਨ ਨੂੰ ਚਲਿਆ ਗਿਆ। ਅੱਛਾ, ਹਾਂਜੀ, ਮੈਨੂੰ ਐਂ ਬਹਾਨਾ ਲਾਤਾ ਵੀ ਉਹ ਪਾਕਿਸਤਾਨ ਨੂੰ ਚਲੇ ਗਿਆ, ਵੀ ਉਹਨੂੰ ਹਾਲੇ ਮਹੀਨਾ 20 ਦਿਨ ਲੱਗ ਜਾਣਾ, ਵੀ ਆਪਾਂ ਜਿੱਥੋਂ ਆਏ ਆਪਾਂ ਉੱਥੇ ਹੀ ਜਾਣਾ। ਚਲੋ ਮੇਰੇ ਤੋਂ ਮਲਕੋ ਰੱਖੀ, ਇਹਨਾਂ ਨੇ ਮੈਨੂੰ ਕੁਛ ਨਹੀਂ ਦੱਸਿਆ ਹੈਗਾ। ਜਦੋਂ ਮੇਰੇ ਬੇਟੀ ਅਜੇ ਢਿੱਡ ਪਈ ਸੀ, ਸਾਲ ਲੰਘ ਗਿਆ ਇੱਕਣੇ, ਬੇਟੀ ਹੋਈ ਤੋਂ ਬਾਅਦ ਵਿੱਚ ਫਿਰ ਕੋਈ ਜਗਤਾਰ ਦਾ ਮੇਰੇ ਭਾਈ ਦੇ ਨਾਲ ਸੰਪਰਕ ਹੋਇਆ। ਫਿਰ ਮੇਰੇ ਭਾਈ ਨੂੰ ਮੈਨੂੰ ਜਗਤਾਰ ਨੇ ਸੰਭਾਲਤਾ, ਫਿਰ ਮੇਰੇ ਭਰਾ ਨੇ ਮੈਨੂੰ ਪੇਸ਼ ਕਰਤਾ। ਅੱਛਾ, ਤੁਹਾਨੂੰ ਕਿੰਨੇ ਚਿਰ ਬਾਅਦ ਪਤਾ ਲੱਗਾ ਕਿ ਤੁਹਾਡਾ ਸਰਦਾਰ ਸ਼ਹੀਦ ਹੋ ਗਿਆ? ਸਾਲ ਬਾਅਦ ਪਤਾ ਲੱਗਿਆ। ਸਾਲ ਤੱਕ ਤੁਹਾਨੂੰ ਪਤਾ ਹੀ ਨਹੀਂ ਲੱਗਾ? ਸਾਲ ਬਾਅਦ ਤੱਕ ਕੋਈ ਅਖਬਾਰ 'ਚ ਖਬਰ ਨਹੀਂ ਆਈ? ਅਖਬਾਰ ਜੀ ਮੇਰੇ ਤੋਂ ਇਹਨਾਂ ਨੇ ਚੋਰੀ ਪਰੇ ਰੱਖਿਆ, ਬੇਟੀ ਹੋਣ ਵਾਲੀ ਸੀ ਨਾ। ਅੱਛਾ, ਮਤਲਬ ਤੁਹਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ? ਪਤਾ ਹੀ ਨਹੀਂ ਲੱਗਣ ਦਿੱਤਾ। ਕੁਲਦੀਪ ਹਵਾਰਾ ਸੀਗਾ ਤੇ ਜਗਤਾਰ ਹਵਾਰਾ, ਬਲਦੇਵ ਹਵਾਰਾ, ਇਹ ਸਾਰੇ ਮੇਰੇ ਨਾਲ ਸੀਗੇ, ਨਾਲ ਇਹਨਾਂ ਦੀਆਂ ਸਿੰਘਣੀਆਂ ਵੀ ਨਾਲ ਹੀ ਸੀਗੀਆਂ, ਜਿਹੜੀਆਂ ਇਹਨਾਂ ਨੇ ਮੈਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਹੈਗਾ। ਕਹਿੰਦੇ ਵੀ ਆਊਗਾ 6 ਮਹੀਨੇ ਨੂੰ ਆਊਗਾ, 2 ਮਹੀਨੇ ਨੂੰ ਆਊਗਾ, ਉੱਥੇ ਟ੍ਰੇਨਿੰਗ ਚੱਲਦੀ ਆ, ਉੱਥੇ ਆਏ ਆ। ਬਸ ਇੱਦਾਂ ਮੈਨੂੰ ਆਨੇ ਬਹਾਨੇ ਕਰਦੇ ਕਰਾਉਂਦੇ, ਚਲੋ ਡਿਲੀਵਰੀ ਹੋ ਗਈ, ਬੇਟੀ ਹੋ ਗਈ। ਉਸ ਤੋਂ ਬਾਅਦ ਵਿੱਚ ਫਿਰ ਜਦੋਂ ਮੈਨੂੰ ਪੇਸ਼ ਕੀਤਾ, ਮੈਨੂੰ ਤਾਂ ਉਦੋਂ ਦੱਸਿਆ। ਅੱਛਾ, ਇਹ ਮੁਕਾਬਲਾ ਜਦੋਂ ਹੁੰਦਾ ਫਿਰ ਬਾਅਦ ਦੇ ਵਿੱਚ ਤੁਹਾਨੂੰ ਮੁਕਾਬਲੇ ਬਾਰੇ ਕਿਸੇ ਨੇ ਦੱਸਿਆ ਵੀ ਕਿਸ ਤਰ੍ਹਾਂ ਦਾ ਮੁਕਾਬਲਾ ਸੀ ਉਹ? ਹਾਂਜੀ, ਉਹ ਬਹੁਤ ਨੇ ਦੱਸਿਆ ਜੀ ਸਾਨੂੰ। ਹਾਂਜੀ, ਵੀ ਉਹ ਤਾਂ ਬਈ ਖਤਰਨਾਕ ਸੀ ਮੁਕਾਬਲਾ, ਵੀ ਦੇਖ ਲਓ ਲਵੇ ਲਾਉਣੇ ਪਿੰਡਾਂ ਦੇ ਆਏ ਸਹਿਕ ਕੇ ਬਹਿ ਗਏ ਸੀਗੇ, ਵੀ ਕੰਬਦੇ ਤੀ, ਦਿਨ ਰਾਤ ਮੁਕਾਬਲਾ ਚੱਲਿਆ। ਕਮਾਦ ਵੀ ਥੋੜ੍ਹਾ ਜਿਹਾ ਸੀਗਾ, ਇੱਕ ਕਿਆਰਾ ਹੀ ਆ ਜਿੰਨੀ ਕੁ ਜਗ੍ਹਾ 'ਚ ਮੰਨ ਆਪਣਾ ਮਕਾਨ ਆ, ਇੰਨਾ ਕੁ ਕਮਾਦ ਸੀਗਾ। ਦੇਖ ਲਓ ਵੀ ਬਹੁਤ ਗੋਲੀ ਚੱਲੀ ਆ, ਵੀ ਕੋਈ ਅੰਤ ਨਹੀਂ ਰਿਹਾ ਪੁਲਿਸ ਦਾ, ਇੰਨੀ ਪੁਲਿਸ ਆਈ ਆ। ਫਿਰ ਉਹਨਾਂ ਨੇ ਕਿਸੇ CRP ਵਾਲੇ ਦੀ ਵਰਦੀ ਪਾ ਲਈ ਸੀਗੀ। ਹਾਂਜੀ, ਫਿਰ ਉਹ ਟੋਪੀ ਨਹੀਂ ਉਹਦੇ ਸਿਰ 'ਤੇ ਆਈ ਹੈਗੀ, ਲੰਮੇ ਸੀਗੇ ਟੋਪੀ। ਕਿੱਦਾਂ ਵਰਦੀ ਕਿੱਦਾਂ ਪਾ ਲਈ? ਵੀ ਕੋਈ CRP ਵਾਲਾ ਮਾਰ ਕੇ ਖਿੱਚ ਲਿਆ? ਹਾਂਜੀ, ਅੰਦਰ ਖਿੱਚ ਲਿਆ ਜੀ। ਅੱਛਾ, ਹਾਂਜੀ, ਖਿੱਚ ਕੇ ਉਹਦੀ ਵਰਦੀ ਖੋਲ ਕੇ ਪਾ ਲਈ, ਉਹ ਵੀ ਮੈਂ ਨਿਕਲ ਜਾਵਾਂ। ਫਿਰ ਉਹ ਹਾਂਜੀ, ਉਹ ਲੰਮੇ ਸੀਗੇ ਤੇ ਵਰਦੀ ਲੋਟ ਨਹੀਂ ਆਈ ਹੈਗੀ, ਲੰਮੇ ਜਵਾਨ ਬਹੁਤ ਸੀਗੇ ਤੇ ਫਿਰ ਉਹ ਨਿਕਲ ਨਹੀਂ ਸਕੇ ਹੈਗੇ। ਜਾਣੀ ਪੁਲਿਸ ਵਾਲੇ ਉੱਥੇ ਸੁਣਦੇ ਆ ਵੀ ਮਾਰੇ ਨੇ ਬਹੁਤ,
ਤੇ ਫੇਰ ਜਦੋਂ ਸ਼ਹੀਦ ਹੋ ਗਏ ਉਦੋਂ ਇਹ ਕੋਈ ਥਾਣੇਦਾਰ ਨੇ ਕਿਸੇ ਨੇ ਖਿੱਚ ਲਏ ਫੜ ਕੇ ਵਾਲਾਂ ਤੋਂ, ਕੇਸਾਂ ਤੋਂ ਫੜ ਕੇ ਖਿੱਚੇ। ਫਿਰ ਐਸਐਸਪੀ ਸਾਹਿਬ ਨੇ ਕਿਹਾ, ਕਹਿੰਦਾ ਉਹਨੂੰ ਥਾਣੇਦਾਰ ਨੂੰ, ਕਹਿੰਦਾ ਪਿੱਛੇ ਹਟ ਓਏ, ਕਹਿੰਦਾ ਇਹ ਉਹ ਹੈ ਸੂਰਮਾ, ਕਹਿੰਦਾ ਯੋਧਾ, ਕਹਿੰਦਾ ਤੁਹਾਡੇ ਵਰਗੀਆਂ ਕਹਿੰਦਾ ਭੇਡਾਂ ਤੋਂ ਕੀ ਕਰਵਾਉਣਾ, ਇੰਨੀ ਇਕੱਠੀ ਹੋਈ ਬੈਠੀ ਐ ਇੱਥੇ ਦੁਨੀਆ, ਕਹਿੰਦਾ ਮਲੱਖ, ਤੁਹਾਡੇ ਵਰਗਿਆਂ ਨੇ ਕੀ ਕਰ ਲੈਣਾ, ਕਹਿੰਦਾ ਸਤਿਕਾਰ ਨਾਲ ਕਹਿੰਦਾ ਇਹਨੂੰ ਮੰਜੇ ਤੇ ਚੱਕ ਕੇ ਪਾਓ। ਮੰਜਾ ਮੰਗਵਾਇਆ, ਮੰਜੇ ਤੇ ਚੱਕ ਕੇ ਪਾਏ। ਫਿਰ ਦੇਸੀ ਘਿਓ ਦੇ 2 ਖਨੀ 3 ਪੀਪੇ ਲਿਆ ਕੇ ਫਿਰ ਤਾਂ ਉਹਨਾਂ ਦਾ ਸੰਸਕਾਰ ਕੀਤਾ ਸੀ ਖਮਾਣੋਂ। ਬਹੁਤ ਦੁਨੀਆ ਸੰਸਕਾਰ ਪੁਲਿਸ ਨੇ ਕੀਤਾ? ਹਾਂਜੀ, ਪੁਲਿਸ ਨੇ ਕੀਤਾ ਜੀ। ਬਹੁਤ ਦੁਨੀਆ ਦੇਖਣ ਗਈ ਆ ਜੀ, ਸਾਨੂੰ ਦੱਸਦੀ ਆ ਬਾਅਦ ਵਿੱਚ। ਇੱਕ ਇਹਨਾਂ ਦੇ ਜਾਣਕਾਰ ਸਿੰਘ ਕੋਲੋਂ ਵੀ ਸਾਨੂੰ ਜਾਣਕਾਰੀ ਮਿਲੀ ਆ ਕਿ ਉਸ ਮੁਕਾਬਲੇ 24 ਘੰਟੇ ਚੱਲੇ, ਉਸ ਮੁਕਾਬਲੇ ਦੇ ਵਿੱਚੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਕਿਸੇ ਤਰੀਕੇ ਨਾਲ ਉੱਥੋਂ ਬਚ ਕੇ ਨਿਕਲ ਗਏ। ਤੇ ਉਹਨਾਂ ਦੇ ਕਹਿਣ ਮੁਤਾਬਕ ਤੇ ਇਹੀ ਹੈ ਕਿ ਉਹਨਾਂ ਨੇ ਆਪ ਕਿਹਾ ਕਿ ਤੁਸੀਂ ਇੱਥੋਂ ਨਿਕਲੋ ਤੇ ਮੈਂ ਰੋਕਦਾ ਵਾਂ ਪੁਲਿਸ ਨੂੰ। ਫਿਰ ਕੋਈ ਸੀਆਰਪੀ ਦਾ ਸੀਗਾ ਕੋਈ ਸਿਪਾਹੀ ਜਿਹੜਾ ਕਿ ਗੋਲੀਆਂ ਲੱਗਣ ਦੇ ਨਾਲ ਉਹਦੀ ਮੌਤ ਹੋ ਗਈ। ਉਹਦੀ ਡੈੱਡ ਬੋਡੀ ਨੂੰ ਖਿੱਚ ਕੇ ਕਮਾਦ 'ਚ ਲੈ ਗਏ ਤੇ ਉਹਦੀ ਵਰਦੀ ਪਾਈ। ਵਰਦੀ ਪਾ ਕੇ ਫਿਰ ਉੱਥੋਂ ਆਪ ਵੀ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਦਾੜੀ ਲੰਬੀ ਸੀ ਤੇ ਸੀਆਰਪੀ ਵਾਲਿਆਂ ਦਾ ਹੁਣ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਹੁਲੀਆ ਹੁੰਦਾ ਆਮ ਪੁਲਿਸ ਵਾਲਿਆਂ ਦਾ, ਉਹ ਫਿਰ ਸ਼ੱਕ ਪੈ ਗਿਆ ਕਿ ਵਰਦੀ ਵੀ ਖੂਨ ਨਾਲ ਲੱਥ-ਪੱਥ ਆ ਤੇ ਦਾੜੀ ਵੀ ਲੰਬੀ ਆ, ਇਹ ਬੰਦਾ ਪੁਲਿਸ ਮੁਲਾਜ਼ਮ ਨਹੀਂ ਹੋ ਸਕਦਾ। ਤੇ ਬੜੀ ਵੱਡੀ ਦਲੇਰੀ ਵਾਲੀ ਗੱਲ ਆ ਮੈਂ ਸਮਝਣਾ ਕਿ ਇੱਕ ਤੇ ਆਪਣੇ ਜਥੇਦਾਰ ਨੂੰ ਉੱਥੋਂ ਕੱਢਣਾ, ਉਸ ਤੋਂ ਬਾਅਦ ਪੁਲਿਸ ਵਾਲੇ ਨੂੰ ਖਿੱਚ ਕੇ ਉਹਦੀ ਵਰਦੀ ਪਾ ਕੇ ਉੱਥੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰਨਾ ਵਾਕਿਆ ਯੋਧਿਆਂ ਵਾਲਾ ਕੰਮ ਹੈ। ਔਰ ਜਿਵੇਂ ਦੱਸਿਆ ਬੀਬੀ ਭਿੰਦਰ ਕੌਰ ਜੀ ਨੇ ਕਿ ਕਿਸੇ ਪੁਲਿਸ ਅਫਸਰ ਨੇ ਵੀ ਇਸ ਦੀ ਬਹਾਦਰੀ ਦੀ ਤਾਰੀਫ ਕੀਤੀ ਆ। ਜਿਹੜੇ ਬਹਾਦਰ ਬੰਦੇ ਹੁੰਦੇ ਨੇ ਨਾ, ਉਹ ਬਹਾਦਰਾਂ ਦੀ ਤਾਰੀਫ ਹੀ ਕਰਦੇ ਨੇ ਭਾਵੇਂ ਦੁਸ਼ਮਣ ਵੀ ਹੋਣ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ, ਜਿਵੇਂ ਕਾਰਗਿਲ ਦੀ ਜੰਗ ਦੇ ਵਿੱਚ ਇੱਕ ਕੋਈ ਕਰਨੈਲ ਸ਼ੇਰ ਖਾਂ ਸੀਗਾ ਉੱਥੇ ਕੈਪਟਨ ਉਹਨਾਂ ਦਾ ਪਾਕਿਸਤਾਨ ਆਰਮੀ ਦਾ। ਇੰਡੀਅਨ ਆਰਮੀ ਦੇ ਬ੍ਰਿਗੇਡੀਅਰ MPS ਬਾਜਵਾ ਦੀ ਲਿਖਤ ਦੇ ਉੱਤੇ ਉਹਨਾਂ ਨੂੰ ਨਿਸ਼ਾਨੇ ਹੈਦਰ ਮਿਲਿਆ ਸੀ। ਦੁਸ਼ਮਣ ਦੀ ਤਾਰੀਫ ਕਰਨਾ ਵੀ ਕਿਸੇ ਦਲੇਰ ਬੰਦੇ ਦਾ ਕੰਮ ਹੁੰਦਾ। ਬਿਲਕੁਲ ਠੀਕ ਹੈ ਜੀ, ਬਹੁਤ ਧੰਨਵਾਦ। ਇਸ ਤੋਂ ਇਲਾਵਾ ਬੀਬੀ ਜੀ ਤੁਸੀਂ ਇਹ ਦੱਸੋ ਵੀ ਇੱਕ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਮਾਣ ਸਤਿਕਾਰ ਕਿਤੋਂ ਹੋਇਆ, ਜ਼ਰੂਰ ਜ਼ਿਕਰ ਕਰਿਓ। ਹਾਂਜੀ, ਸੰਦੀਪ ਕੌਰ ਕੋਲੋਂ ਹੋਇਆ ਜੀ। ਇੱਕ ਵਾਰੀ 50,000 ਦਾ, ਇੱਕ ਵਾਰੀ 20,000 ਦਾ ਜੀ। ਬੇਟੀ ਦੀ ਫੀਸ, ਛੋਟੀ ਬੇਟੀ ਪੜ੍ਹਦੀ ਸੀਗੀ, ਉਹਦੀ ਫੀਸ ਬਸ ਜੀ, ਉਹ ਉਸ ਤੋਂ ਨਹੀਂ ਇਲਾਵਾ ਕੋਈ ਹੋਇਆ। ਅੱਛਾ ਅੱਛਾ, ਮਤਲਬ ਬੀਬੀ ਸੰਦੀਪ ਕੌਰ ਵੱਲੋਂ 2 ਵਾਰੀ ਤੁਹਾਨੂੰ ਸੇਵਾ ਮਿਲੀ ਆ, ਇੱਕ ਵਾਰੀ 50,000 ਤੇ ਇੱਕ ਵਾਰੀ 20,000। ਬਹੁਤ ਧੰਨਵਾਦ ਹੈ ਜੀ, ਕਿਉਂਕਿ ਬੀਬੀ ਸੰਦੀਪ ਕੌਰ ਦੇ ਰਾਹੀਂ ਵੀ ਬਹੁਤ ਸਾਰੇ ਸ਼ਹੀਦ ਪਰਿਵਾਰਾਂ ਦੀ ਸੇਵਾ ਹੁੰਦੀ ਰਹੀ ਆ। ਤੇ ਸਾਡੇ ਬਾਰੇ ਤੁਹਾਨੂੰ ਕਿੱਥੋਂ ਜਾਣਕਾਰੀ ਮਿਲੀ? ਜੀ ਮੇਰੇ ਕੋਲ ਤਾਂ ਆਏ ਸੀਗੇ ਬੰਦੇ, ਗੁਰਮੀਤ ਸਿੰਘ। ਹਾਂਜੀ, ਗੁਰਮੀਤ ਸਿੰਘ ਦੇ ਨਾਂ ਦਾ ਹੀ ਪਤਾ ਜੀ ਮੈਨੂੰ। ਉਹ ਸਾਡੀ ਸੰਸਥਾ ਦਾ ਮੈਂਬਰ ਹੀ ਹੈ ਜੀ। ਹਾਂਜੀ ਹਾਂਜੀ, ਉਹਨਾਂ ਨੇ ਦੱਸਿਆ ਜੀ ਮੈਨੂੰ, ਤੁਹਾਡਾ ਨੰਬਰ ਦਿੱਤਾ ਵੀ ਜੇ ਤੁਹਾਨੂੰ ਕੋਈ ਲੋੜ ਹੈ, ਵੀ ਸਾਡੇ ਘਰ ਦੇ ਹਾਲਾਤ ਦੇਖੇ ਉਹਨਾਂ ਨੇ। ਹਾਂਜੀ, ਮੇਰੀ ਭੈਣ ਦਾ ਬੇਟਾ ਮੇਰੀ ਦਾ ਉਹ ਵੀ ਮਤਲਬ ਨਸ਼ੇ ਕਰਦਾ ਜੀ। ਅਸੀਂ ਬਹੁਤ ਤੰਗ ਪਰੇਸ਼ਾਨ ਆ, ਜਵਾਕਾਂ ਦੀ ਅਸੀਂ ਪੜ੍ਹਾਈ ਬਹੁਤ ਮੁਸ਼ਕਲ ਨਾਲ ਕਰਾਉਂਦੇ ਆ ਜੀ। ਕੋਈ ਗੱਲ ਨਹੀਂ, ਸਤਿਗੁਰੂ ਕਿਰਪਾ ਕਰਨਗੇ। ਚੱਲਦੀ ਆ ਜੀ ਸਾਡੀ ਦੋਨਾਂ ਭੈਣਾਂ ਦੀ। ਮੈਨੂੰ ਤਾਂ ਜੀ ਇੱਕ ਹਾਰਟ ਦੀ ਪ੍ਰੋਬਲਮ ਹੈ, ਇੱਕ ਮੇਰੀ ਟੈਨਸ਼ਨ ਦੀ ਦਵਾਈ ਚੱਲਦੀ ਹੈ ਜੀ ਚੰਡੀਗੜ੍ਹ ਤੋਂ। ਹਾਂਜੀ, ਟੈਸਟ ਹੁੰਦੇ ਨੇ ਜੀ 6 ਮਹੀਨੇ ਬਾਅਦ। ਫਿਰ ਤੁਸੀਂ ਦੇਖੋ ਮੇਰੇ 4 ਬੇਟੀਆਂ ਨੇ ਜੀ। ਹਾਂਜੀ, ਜੇ ਹੁਣ ਉਹ ਵਿਆਹ ਤਾਂ ਚੱਲ ਕਰਤਾ, ਇਹਨਾਂ ਭੈਣ ਭਾਈਆਂ ਦੇ ਸਹਿਯੋਗ ਨਾਲ ਕਰਤਾ ਵਿਆਹ ਮੈਂ। ਹੁਣ ਦੇਖੋ ਜੀ, ਫਿਰ ਜੋ ਮਾਂ-ਬਾਪ ਦਾ ਫਰਜ਼ ਹੁੰਦਾ, ਕਦੇ ਕਿਸੇ ਬੇਟੀ ਦੇ ਕੋਈ ਪ੍ਰੋਗਰਾਮ, ਕਦੇ ਕਿਸੇ ਦੇ ਕੋਈ ਦੁੱਖ, ਕੋਈ ਸੁੱਖ, ਹਰ ਜਗ੍ਹਾ ਜਾ ਕੇ ਖੜਨਾ ਪੈਂਦਾ ਜੀ। ਹਾਂਜੀ, ਹੁਣ ਮੈਨੂੰ ਕਿੱਥੋਂ ਕੁਝ ਮਿਲਣਾ ਜੀ? ਮੇਰੇ ਕੋਲ ਕੀ ਆ ਦੇਣ ਨੂੰ, ਉਹਨਾਂ ਕੋਲੇ ਜਾਣ ਨੂੰ? ਕੋਈ ਗੱਲ ਨਹੀਂ ਜੀ, ਸਤਿਗੁਰੂ ਕਿਰਪਾ ਕਰਨਗੇ। ਅੱਜ ਤੋਂ ਬਾਅਦ ਸਾਡੀ ਸੰਸਥਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਤੁਹਾਡੀ ਪਿੱਠ 'ਤੇ ਖੜੀ ਆ, ਔਰ ਜਿਸ ਤਰ੍ਹਾਂ ਵੀ ਸਾਨੂੰ ਸੰਗਤ ਸਹਿਯੋਗ ਕਰਦੀ ਆ, ਅਸੀਂ ਤੁਹਾਡੇ ਨਾਲ ਆ। ਇੱਕ ਬੇਨਤੀ ਮੈਂ ਤਮਾਮ ਸ਼ਹੀਦ ਪਰਿਵਾਰਾਂ ਨੂੰ ਕਰਦਾ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਘਰ ਤੱਕ ਪਹੁੰਚਾਂ ਤੇ ਘਰ ਦੇ ਹਾਲਾਤ ਵੀ ਇਹਨਾਂ ਦੱਸਿਆ ਕਿ ਬੜੇ ਤਰਸਯੋਗ ਨੇ, ਘਰ ਬਣਨ ਵਾਲਾ। ਸਾਧ ਸੰਗਤ ਜੀ, ਇਸ ਪਰਿਵਾਰ ਦੀ ਪਿੱਠ 'ਤੇ ਤੁਸੀਂ ਖੜਨਾ। ਖਾਸ ਕਰਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਇੱਕ ਬਣੀ ਹੋਈ ਆ, ਬੜਾ ਅੱਛਾ ਕੰਮ ਕਰ ਰਹੇ ਨੇ। ਸਿੰਘਾਂ ਦੀ ਰਿਹਾਈ ਦੇ ਲਈ ਬੜੀ ਜੱਦੋਜਹਿਦ ਕਰਦੇ ਰਹਿੰਦੇ ਨੇ। ਉਹ ਇਸ ਤਰ੍ਹਾਂ ਦੇ ਇਹਨਾਂ ਦੇ ਸਾਥੀ ਸਿੰਘਾਂ ਦੇ ਪਰਿਵਾਰਾਂ ਦਾ ਵੀ ਵਿਸ਼ੇਸ਼ ਤੌਰ 'ਤੇ ਉਹ ਧਿਆਨ ਰੱਖਣ, ਔਰ ਜਿੱਥੇ ਸਾਡੇ ਸਹਿਯੋਗ ਦੀ ਲੋੜ ਆ ਅਸੀਂ ਵੀ ਉਹਨਾਂ ਦੇ ਨਾਲ ਜਿਹੜਾ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਹਾਂ ਜੀ। ਬਹੁਤ ਧੰਨਵਾਦ। ਸਾਧ ਸੰਗਤ ਜੀ, ਤੁਸੀਂ
ਬੀਬੀ ਭਿੰਦਰ ਕੌਰ ਜੀ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 95929 14467 9592914467। ਸਕਰੀਨ ਤੇ ਵੀ ਤੁਸੀਂ ਇਹ ਨੰਬਰ ਚੱਲਦਾ ਵੇਖ ਰਹੇ ਹੋ ਔਰ ਕੋਸ਼ਿਸ਼ ਕਰਿਓ ਕਿਉਂਕਿ ਕਾਫੀ ਦੂਰ ਆ ਪਰਿਵਾਰ ਸਾਡੇ ਤੋਂ। ਸਾਡਾ ਦਫ਼ਤਰ ਸ੍ਰੀ ਅੰਮ੍ਰਿਤਸਰ ਸਾਹਿਬ ਆ ਤੇ ਇਹ ਰਹਿੰਦੇ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ। ਕਈ ਵਾਰੀ ਦੂਰ ਦਰਾਜ ਦੇ ਪਰਿਵਾਰਾਂ ਦੇ ਵਿੱਚ ਪਹੁੰਚਣ ਲੱਗਿਆਂ ਟਾਈਮ ਲੱਗ ਜਾਂਦਾ, ਸਮਾਂ ਲੱਗ ਜਾਂਦਾ ਹੈ। ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਦੂਰ ਦਰਾਜ ਦੇ ਪਰਿਵਾਰ ਜੀ ਉਹ ਮੈਨੂੰ ਸੰਪਰਕ ਕਰ ਲੈਣ। ਜੇ ਕੋਈ ਮਜਬੂਰੀ ਹੈ ਤਾਂ ਮੈਂ ਖੁਦ ਪਹੁੰਚਾਂਗਾ, ਜੇ ਉਹ ਆ ਸਕਦੇ ਨੇ ਤਾਂ ਸਾਡੇ ਕੋਲ ਅੰਮ੍ਰਿਤਸਰ ਸਾਡੇ ਸਟੂਡੀਓ 'ਚ ਆ ਜਾਣ ਤੇ ਹੋਰ ਵੀ ਬਿਹਤਰ ਆ। ਤੇ ਘਰ ਦੇ ਹਾਲਾਤ ਵੀ ਇਹਨਾਂ ਦੇ ਬੜੇ ਮਤਲਬ ਕਹਿ ਲਓ ਵੀ ਡੇ ਠੀਕ ਨਹੀਂ ਹੈਗੇ, ਘਰ ਵੀ ਬਣਨ ਵਾਲਾ। ਬੱਚਿਆਂ ਦੀ ਜ਼ਿੰਮੇਵਾਰੀ ਆ ਪਰਿਵਾਰ ਦੇ ਵਿੱਚ, ਇੱਕੋ ਘਰ 'ਚ ਦੋ ਭੈਣਾਂ ਹੋਣ ਕਰਕੇ ਚਲੋ ਇਹਨਾਂ ਦਾ ਟਾਈਮ ਪਾਸ ਹੋਇਆ। ਤੇ ਸ਼ਹੀਦ ਭਾਈ ਦਦਾਰ ਸਿੰਘ ਇੱਕ ਵੱਡਾ ਨਾਂ ਸੀ ਖਾੜਕੂ ਸਫਾਂ ਦਾ। ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਬਿਲਕੁਲ ਕਰੀਬੀ ਸਾਥੀ, ਜਿਨ੍ਹਾਂ ਦੇ ਮੁਕਾਬਲੇ ਦੀ ਚਰਚਾ ਜਿਹੜੀ ਹੈ ਅੱਜ ਤੱਕ ਹੁੰਦੀ ਹੈ ਕਿ ਕੈਸਾ ਯੋਧਿਆਂ ਵਾਲਾ ਮੁਕਾਬਲਾ ਸੀਗਾ। ਈਵਨ ਕਿ ਉਸ ਸਮੇਂ ਦੇ ਪੁਲਿਸ ਅਫਸਰਾਂ ਨੇ ਵੀ ਇਸ ਗੱਲ ਦੀ ਤਾਰੀਫ ਕੀਤੀ। ਕੋਈ ਗੱਲ ਨਹੀਂ ਜੀ, ਅੱਜ ਤੋਂ ਬਾਅਦ ਬੀਬੀ ਜੀ ਸਾਡੀ ਸੰਸਥਾ ਤੁਹਾਡੇ ਨਾਲ ਆ। ਜਿੰਨੇ ਕੁ ਜੋਗੇ ਅਸੀਂ ਹੈਗੇ ਹਾਂ, ਸੰਗਤ ਦਾ ਸਾਥ ਜਿਵੇਂ ਜਿਵੇਂ ਮਿਲਦਾ ਰਿਹਾ ਅਸੀਂ ਤੁਹਾਡੇ ਨਾਲ ਜ਼ਰੂਰ ਰਾਬਤਾ ਰੱਖਾਂਗੇ। ਤੇ ਤੁਹਾਡੇ ਦੁੱਖ ਸੁੱਖ ਦੇ ਵਿੱਚ ਖਾਸ ਕਰਕੇ ਜਦੋਂ ਬੱਚਿਆਂ ਦੀ ਪੜ੍ਹਾਈ 'ਚ ਕੋਈ ਦਿੱਕਤ ਆਵੇ ਤੁਸੀਂ ਬੇਝਿਜਕ ਸਾਨੂੰ ਫੋਨ ਕਰ ਲੈਣਾ। ਠੀਕ ਹੈ ਜੀ, ਠੀਕ ਹੈ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਹੈ ਜੀ। ਅੱਜ ਇਹਨਾਂ ਦੀ ਇੱਕ ਜਿਹੜੀ ਭੈਣ ਇਸ ਘਰ ਦੇ ਵਿੱਚ ਰਹਿੰਦੇ ਨੇ ਉਹ ਵੀ ਇਹਨਾਂ ਦੇ ਨਾਲ ਆਏ ਹੋਏ ਨੇ, ਜਿਨ੍ਹਾਂ ਨੇ ਖੁਦ ਵੀ ਬਹੁਤ ਤਸ਼ੱਦਦ ਸਿਆ ਤੇ ਉਹਨਾਂ ਦੇ ਸਰਦਾਰ ਨੇ। ਅਸੀਂ ਚਾਹਾਂਗੇ ਕਿ 2 ਮਿੰਟ ਉਹਨਾਂ ਨਾਲ ਵੀ ਜਿਹੜੀ ਆ ਗੱਲ ਸਾਂਝੀ ਕੀਤੀ ਜਾਵੇ। ਤੁਸੀਂ ਵੇਖਦੇ ਰਹਿਣਾ ਜੀ PTN 24। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡੇ ਸਨਮੁਖ ਹਾਜ਼ਰ ਹਾਂ ਜੀ। ਅਸੀਂ ਗੱਲ ਕਰ ਰਹੇ ਸਾਂ ਸ਼ਹੀਦ ਭਾਈ ਦਦਾਰ ਸਿੰਘ ਜੀ ਦੀ ਔਰ ਇਸ ਵਕਤ ਸਾਡੇ ਨਾਲ ਆ ਬੀਬੀ ਦਰਸ਼ਨ ਕੌਰ ਜੀ, ਜੋ ਕਿ ਸ਼ਹੀਦ ਭਾਈ ਦਦਾਰ ਸਿੰਘ ਜੀ ਦੀ ਭਾਬੀ ਵੀ ਆ ਤੇ ਸਾਲੀ ਵੀ ਆ। ਇਹ ਦੋਨੋਂ ਭੈਣਾਂ ਇਹਨਾਂ ਦੋਵਾਂ ਭਰਾਵਾਂ ਦੇ ਵੱਲ ਸੀਗੀਆਂ, ਇੱਕੋ ਘਰ ਦੇ ਵਿੱਚ ਸੀ। ਔਰ ਮੈਂ ਸਮਝਦਾ ਕਿ ਇਹ ਵੀ ਇੱਕ ਬੜਾ ਅੱਛਾ ਇੱਕ ਮਿਸਾਲ ਆ ਕਿ ਸ਼ਹੀਦ ਭਾਈ ਦਦਾਰ ਸਿੰਘ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੇ ਭਾਈ ਸਾਹਿਬ ਨੇ ਔਰ ਉਹਨਾਂ ਦੀ ਭਾਬੀ ਜੀ ਔਰ ਸਾਲੀ ਵੀ ਬੀਬੀ ਦਰਸ਼ਨ ਕੌਰ ਜੀ ਨੇ ਵੀ ਇਸ ਪਰਿਵਾਰ ਦਾ ਬੜਾ ਸਾਥ ਦਿੱਤਾ। 4 ਬੇਟੀਆਂ ਦੇ ਨਾਲ ਬੀਬੀ ਭਿੰਦਰ ਕੌਰ ਜੀ ਦਾ ਜੀਵਨ ਬੜਾ ਮੁਸ਼ਕਲ ਸੀ, ਪਰ ਪਰਿਵਾਰ ਦੇ ਸਹਿਯੋਗ ਦੇ ਨਾਲ ਇਹ ਮੁਸ਼ਕਲ ਸਮਾਂ ਇਹਨਾਂ ਨੇ ਕੱਟਿਆ। ਬੀਬੀ ਦਰਸ਼ਨ ਕੌਰ ਜੀ ਜਿਨ੍ਹਾਂ ਨੇ ਪੁਲਿਸ ਹਿਰਾਸਤ ਦੇ ਵਿੱਚ ਤਸ਼ੱਦਦ ਵੀ ਸਿਆ, ਇਹਨਾਂ ਦੇ ਸਰਦਾਰ ਜੀ ਨੇ ਵੀ ਬੜੀ ਕੁੱਟਮਾਰ ਖਾਧੀ ਉਸ ਸਮੇਂ ਦੇ ਵਿੱਚ, ਕਿਉਂਕਿ ਸਮਾਂ ਬੜਾ ਭਿਆਨਕ ਸੀ। ਉਹਨਾਂ ਹਾਲਾਤਾਂ ਬਾਰੇ ਕੁਝ ਗੱਲਾਂ ਇਹਨਾਂ ਨਾਲ ਵੀ ਸਾਂਝੀਆਂ ਕਰਦੇ ਆ। ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ ਹਾਂਜੀ। ਕਿ ਤੁਹਾਡੇ ਨਾਲ ਪਤਾ ਲੱਗਾ ਕਿ ਜਦੋਂ ਇਹ ਤੇ ਸਾਰਾ ਪਰਿਵਾਰ ਅੱਗੇ ਪਿੱਛੇ ਹੋ ਗਏ ਸੀ ਤੇ ਤੁਹਾਨੂੰ ਫਿਰ ਪੁਲਿਸ ਲੈ ਗਈ ਫੜ ਕੇ ਦੋਵਾਂ ਜੀਆਂ ਨੂੰ? ਹਾਂਜੀ, ਦੋਹਾਂ ਜੀਆਂ ਨੂੰ ਸਾਨੂੰ ਫੜ ਕੇ ਲੈ ਗਈ ਵੀ ਜੀ ਪੁਲਿਸ। ਅਸੀਂ ਆਈ ਸਟਾਫ ਸਰਹੰਦ ਵਾਲੀ। ਕਿੰਨਾ ਚਿਰ ਰੱਖਿਆ ਉੱਥੇ ਤੁਹਾਨੂੰ? ਉੱਥੇ ਜੀ ਮੈਨੂੰ ਰੱਖਿਆ 1.5 ਮਹੀਨਾ। 1.5 ਮਹੀਨਾ ਉੱਥੇ ਰਹੇ? ਜੀ 1.5 ਮਹੀਨਾ। ਨਾਲ ਮੇਰੇ ਬੇਟੀ ਤੀ ਜੀ, ਛੋਟੀ ਜੀ ਹੈਗੀ ਤੇ 8-9 ਸਾਲ ਦੀ। ਹਾਂਜੀ। ਉੱਥੇ ਸਖਤੀ ਨਾਲ ਵੀ ਪੁੱਛਗਿੱਛ ਹੁੰਦੀ ਰਹੀ? ਹਾਂਜੀ, ਸਖਤੀ ਨਾਲ ਪੁੱਛਗਿੱਛ ਹੁੰਦੀ ਤੀ। ਪਿੱਛੇ ਨੂੰ ਬਾਹਾਂ ਬੰਨ੍ਹ ਲੈਂਦੇ ਸੀਗੇ, ਖੜਾ ਕੇ ਰੱਖਿਆ 3-4 ਦਿਨ। ਅੱਛਾ। ਹਾਂਜੀ। ਉੱਥੇ ਤੁਹਾਡੇ ਤੇ ਵੀ ਤਸ਼ੱਦਦ ਹੋਇਆ ਤੇ ਪੁੱਛਦੇ ਸੀ ਵੀ ਕਿੱਥੇ ਚਲੇ ਗਏ ਨੇ? ਪੁੱਛਦੇ ਸੀ ਵੀ ਕਿੱਥੇ ਤੁਹਾਡੀ ਭੈਣ ਕਿੱਥੇ ਆ, ਵੀ ਦਦਾਰ ਸਿੰਘ। ਅੱਛਾ। ਮੈਂ ਕਿਹਾ ਜੀ ਸਾਨੂੰ ਤਾਂ ਕੋਈ ਪਤਾ ਨਹੀਂ ਹੈਗਾ। ਕਹਿੰਦੇ ਪਤਾ ਤੁਹਾਡੇ ਕੋਲ ਆਉਂਦੇ ਨੇ, ਮਿਲਦੇ ਨੇ, ਕਹਿੰਦੇ ਤੁਹਾਨੂੰ ਆ ਕੇ। ਹਾਂਜੀ। ਉਦੋਂ ਬਾਅਦ ਫੇਰ ਚੱਕ ਕੇ ਲੈ ਗਏ। ਅੱਛਾ। ਥੋੜਾ ਚਿਰ ਬਾਅਦ ਫੇਰ ਚੱਕ ਕੇ ਲੈ ਗਏ। ਫੇਰ ਤਾਂ ਬਹੁਤ ਕਰੰਟ ਲਾਏ। ਅੱਛਾ। ਹਾਂਜੀ। ਪੁਲਿਸ ਹਿਰਾਸਤ 'ਚ ਕਰੰਟ ਲਾਉਂਦੇ ਰਹੇ ਤੁਹਾਡੇ? ਹਾਂਜੀ, ਕਰੰਟ ਲਾਉਂਦੇ ਰਹੇ। ਤੇ ਤੁਹਾਨੂੰ ਦੋਵਾਂ ਜੀਆਂ ਨੂੰ ਇਕੱਠਿਆਂ ਨੂੰ ਇੰਟਰੋਗੇਟ ਕਰਦੇ ਸੀ? ਇਕੱਠਿਆਂ ਨੂੰ ਨਹੀਂ ਸੀ ਕਰਦੇ, ਅਲੱਗ-ਅਲੱਗ ਸੀਗੇ ਜੀ ਰੱਖੇ ਹੋਏ। ਅੱਛਾ। ਹਾਂਜੀ। ਉਹ ਕਈ ਵਾਰੀ ਕਹਿੰਦੇ ਆ ਜੀ ਉਹ ਮੰਨ ਗਿਆ ਤੇ ਉਹ ਕਹਿੰਦੇ ਉਹਨੇ ਤੇਰੀ ਘਰ ਵਾਲੀ ਨੇ ਦੱਸਤਾ। ਹਾਂਜੀ ਹਾਂਜੀ। ਨਹੀਂ ਐਦਾਂ ਉਹਨਾਂ ਨੂੰ ਪਹਿਲਾਂ ਪੁੱਛ ਗਿੱਛ ਕਰ ਲਈਏ, ਐ ਮੈਨੂੰ ਕੋਈ ਨਹੀਂ ਉਹਨਾਂ ਨੇ ਪੁੱਛਿਆ। ਜਣੀ ਉਹਨੂੰ ਲੱਗ ਰੱਖਦੇ ਸੀ, ਮੈਨੂੰ ਲੱਗ ਰੱਖਦੇ ਸੀਗੇ। ਠੀਕ ਹੈ। ਹਾਂਜੀ। ਅੱਛਾ। ਬੀਬੀ ਭਿੰਦਰ ਕੌਰ ਜੀ ਨੇ ਵੀ ਦੱਸਿਆ ਕਿ ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਵਾਲਾ ਹੁੰਦਾ ਕਾਂਡ, ਉਸ ਤੋਂ ਬਾਅਦ ਵੀ ਕਹਿੰਦੇ ਤੁਹਾਡੇ ਪਰਿਵਾਰ ਨੂੰ ਪੁੱਛਗਿੱਛ ਹੋਈ ਆ? ਹਾਂਜੀ, ਪੁੱਛ ਗਿੱਛ ਹੋਈ ਆ ਜੀ। ਬਾਅਦ 'ਚ ਬਹੁਤ ਜ਼ਿਆਦਾ ਪੁੱਛ ਗਿੱਛ ਹੋਈ ਆ। ਅੱਛਾ। ਹਾਂ, ਰਹਿਣੇ ਨਹੀਂ ਤੀ ਦਿੰਦੇ ਘਰ ਵੀ। ਤੁਹਾਡਾ ਇਹ ਜਗਤਾਰ ਆਇਆ ਹੋਊਗਾ ਜਾਂ ਆ ਬੋਆ ਤੁਹਾਨੂੰ ਮਿਲੇ ਹੋਣੇ ਨੇ। ਜਣੀ ਬਹੁਤ ਪੁੱਛ ਗਿੱਛ ਹੋਈ ਆ ਜੀ। ਸਾਡੇ ਬਹੁਤ ਪੁਲਿਸ ਦਾ ਰਿਹਾ ਫਿਰਕਾ। ਠੀਕ ਹੈ। ਹਾਂਜੀ।
ਉਸ ਤੋਂ ਬਾਅਦ ਜਦੋਂ ਉਹਦੇ ਸ਼ਹੀਦ ਹੋਣ ਤੋਂ ਬਾਅਦ ਚਲੋ ਛੇਤੀ ਬਾਅਦ ਹੀ ਮੇਰਾ ਖਿਆਲ ਜਥੇਦਾਰ ਜਗਤਾਰ ਸਿੰਘ ਹਵਾਰਾ ਵੀ ਅਰੈਸਟ ਹੋ ਜਾਂਦੇ। ਹਾਂਜੀ ਹਾਂਜੀ, ਉਹ ਵੀ ਅਰੈਸਟ ਹੋ ਜੰਨੇ। ਜਦ ਤੋਂ ਬਾਅਦ ਬਹੁਤ ਤੰਗ ਕਰਦੇ ਨੇ। ਜਿੱਦਣ ਸ਼ਹੀਦ ਹੋਏ ਨੇ, ਜਦੇ ਸਾਡੇ ਫੇਰ ਆ ਗਏ, ਅਸੀਂ ਪਿੰਡ 'ਚ ਰਹਿੰਦੇ ਸੀ। ਮੈਨੂੰ ਤਾਂ ਫੇਰ ਬਹੁਤ ਜਣੀ ਗਾਲਾਂ ਕੱਢੀਆਂ, ਮੈਂ ਹੱਥ ਨਹੀਂ ਉਹਨਾਂ ਦੇ ਲੱਗੀ, ਮੈਂ ਆਪਣਾ ਲੰਘ ਗਈ। ਜਣੀ ਉਦਣ ਮੈਨੂੰ ਫੇਰ ਚੱਕਣ ਆ ਗਏ ਤੀਗੇ ਜਿੱਦਣ ਸ਼ਹੀਦ ਹੋਇਆ। ਅੱਛਾ। ਹਾਂਜੀ, ਅਸੀਂ ਪਿੰਡ 'ਚ ਚਲੇ ਗਏ ਤੇ ਕਿਸੇ ਦੇ ਘਰ ਕੋਠੇ ਤੇ ਪਏ, ਤੇ ਉੱਥੋਂ ਫੇਰ ਮੈਂ ਤਾਂ ਆਪਣਾ ਲੰਘ ਗਈ। ਪੁੱਛਦੇ ਤੇ ਵੀ ਕਿੱਥੇ ਆ, ਵੀ ਉਹ ਲੈ ਕੇ ਜਾਣੀ ਆ, ਵੀ ਦਰਸ਼ਨ ਕੌਰ ਕਿੱਥੇ ਆ, ਵੀ ਉਹਦੀ ਭੈਣ, ਵੀ ਫਿਰ ਦੱਸੂਗੀ ਵੀ ਹੁਣ ਸ਼ਹੀਦ ਹੋ ਗਿਆ, ਕੀ ਪਤਾ ਇਹਦੇ ਕੋਲ ਕੋਈ ਆਇਆ ਗਿਆ ਹੋਵੇ। ਮੈਨੂੰ ਕੋਈ ਪਤਾ ਨਹੀਂ ਤੀ ਜੀ। ਮੈਂ ਆਪਣੇ ਪੇਕਿਆਂ ਤੋਂ ਫਿਰ ਮੈਨੂੰ ਲਿਆਏ ਸੀਗੇ ਜਾ ਕੇ ਪਿੰਡ ਦੇ। ਹਾਂਜੀ। ਇੱਕ ਗੱਲ ਲਈ ਅਸੀਂ ਤੁਹਾਡਾ ਧੰਨਵਾਦ ਵੀ ਕਰਾਂਗੇ ਕਿ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਤੁਸੀਂ ਦੋਨਾਂ ਜੀਆਂ ਨੇ ਬੜਾ ਅੱਛੇ ਫਰਜ਼ ਨਿਭਾਏ ਨੇ। ਬੱਚਿਆਂ ਨੂੰ ਇਕੱਠੇ ਤੁਸੀਂ ਸਾਂਝੇ ਪਰਿਵਾਰ 'ਚ ਰਹੇ ਹੋ, ਬੱਚੀਆਂ ਨੂੰ ਪੜ੍ਹਾਇਆ ਵੀ ਆ, ਔਰ ਬਿਨਾਂ ਕਿਸੇ ਦੇ ਮਦਦ ਸਹਿਯੋਗ ਦੇ ਵਿਆਹੀਆਂ ਵੀ। ਹਾਂਜੀ, ਵਿਆਹੀਆਂ ਵੀ ਨੇ ਜੀ, ਵਿਆਹੀਆਂ ਨੇ ਜੀ। ਠੀਕ ਹੈ। ਹਾਂਜੀ, ਸਾਰਾ ਕੁਝ ਅਸੀਂ ਕਰਿਆ, ਬਹੁਤ ਵਧੀਆ ਅੱਛੇ ਰਹੇ ਆ। ਨਾਲ ਇਹਨਾਂ ਦੇ ਸਹਿਯੋਗ ਦਿੱਤਾ, ਤਾਂ ਹੀ ਤਾਂ ਇੰਨੀਆਂ ਜੀ ਫਿਰ ਸਈਆਂ ਨੇ ਅਸੀਂ ਦੋਹਾਂ ਨੇ, ਮਾਲਕ ਤੀਮੀ ਨੇ। ਹਾਂਜੀ, ਇਹਨਾਂ ਪਿੱਛੇ ਅਸੀਂ ਤਾਂ ਹੁਣ ਵੀ ਨਹੀਂ ਇਹਨਾਂ ਪਿੱਛੇ ਕੁਛ ਵੀ, ਦੋਏ ਜਣੀਆਂ ਇਕੱਠੀਆਂ ਹੀ ਰਹਿੰਦੀਆਂ ਜੀ ਅਸੀਂ ਤਾਂ। ਹਾਂਜੀ, ਕੋਈ ਨਹੀਂ, ਸਤਿਗੁਰੂ ਕਿਰਪਾ ਕਰਨਗੇ ਜੀ। ਹੁਣ ਤੁਹਾਡੇ ਨਾਲ ਅਸੀਂ, ਸਾਡੀ ਸੰਸਥਾ, ਸਾਡਾ ਚੈਨਲ, ਸਾਰੇ ਜਣੇ ਅਸੀਂ ਤੁਹਾਡੇ ਨਾਲ ਆ, ਤੇ ਸਤਿਗੁਰੂ ਕਿਰਪਾ ਕਰਨਗੇ। ਵੈਸੇ ਮੈਂ ਬੀਬੀ ਭਿੰਦਰ ਕੌਰ ਜੀ ਨਾਲ ਅਸੀਂ ਗੱਲ ਕਰ ਚੁੱਕੇ ਹਾਂ ਕਿ ਅਸੀਂ 15,000 ਰੁਪਈਆ ਜਿਹੜਾ ਆਪਣੀ ਸੰਸਥਾ ਵੱਲੋਂ ਦਿੰਦੇ ਹਾਂ ਹਰ ਪਰਿਵਾਰ ਦੇ ਨਾਲ, ਜਿਹਦੇ ਨਾਲ ਅਸੀਂ ਉਹਨਾਂ ਦੀ ਗੱਲਬਾਤ ਸੰਗਤ ਤੱਕ ਪਹੁੰਚਾਉਂਦੇ ਹਾਂ। ਅੱਜ ਅਸੀਂ ਤੁਹਾਨੂੰ ਦੋਨਾਂ ਭੈਣਾਂ ਨੂੰ ਅਸੀਂ 25,000 ਰੁਪਈਆ ਦਿਆਂਗੇ, 10,000 ਤੁਹਾਡੇ ਲਈ, ਕਿਉਂਕਿ ਤੁਸੀਂ ਵੀ ਬੜਾ ਤਸ਼ੱਦਦ ਸਿਆ। ਅੱਜ ਵੀ ਤੁਹਾਡਾ ਇਕੱਠਾ ਹੀ ਹੈ ਸਾਰਾ ਹਿਸਾਬ ਕਿਤਾਬ, ਚੁੱਲ੍ਹਾ ਚੌਂਕਾ ਇਕੱਠਾ ਹੀ ਹੈ। ਮੈਂ ਇਹੋ ਜੀ ਕਰਦੀ ਹਾਂ, ਸਾਰਾ ਕੁਝ ਹਿਸਾਬ ਕਿਤਾਬ, ਲੈਣਾ ਦੇਣਾ, ਜਾਣਾ ਆਉਣਾ ਕੁੜੀਆਂ ਕੋਲ, ਸਾਰਾ ਕੁਝ ਮੈਂ ਕਰਦੀ ਹਾਂ। ਚੁੱਲ੍ਹਾ ਚੌਂਕਾ ਸਾਡਾ ਇਕੱਠਾ ਜੀ ਸਾਰਾ। ਠੀਕ ਹੈ। ਹਾਂਜੀ, ਇੱਕ ਮਤਲਬ ਬੇਟਾ, ਅਲੱਗ-ਅਲੱਗ ਰੋਟੀ। ਬੇਟਾ ਸਾਡਾ ਕਿਸੇ ਕੰਮ ਦਾ ਨਹੀਂ, ਨੂੰਹ ਆ ਸਾਡੇ ਘਰ, ਆ ਪੋਤਾ ਇੱਕ ਪੋਤੀ ਆ। ਰੋਟੀ ਸਾਡੀ ਕੋਈ ਅਲੱਗ ਨਹੀਂ, ਸਾਡੀ ਇਕੱਠੀ ਆ ਜੀ ਰੋਟੀ। ਬਹੁਤ ਵਧੀਆ। ਹਾਂਜੀ, ਇਕੱਠੇ ਤੁਹਾਡੇ ਇਸ ਜਾ ਕੇ ਦੇਖ ਆਇਓ ਜੀ ਚਾਹੇ ਤੁਸੀਂ। ਹਾਂਜੀ, ਸਤਿਗੁਰੂ ਕਿਰਪਾ ਕਰਨਗੇ। ਉੱਧਰ ਉੱਧਰ ਰਹਿੰਦੇ ਨੇ, ਜਾਂਦੀਆਂ ਵੀ ਜੇ ਰਿਸ਼ਤੇਦਾਰੀ 'ਚ ਵੀ ਦੋਹਾਂ ਨੇ ਹੀ ਜਾਣਾ, ਜਿੱਥੇ ਵੀ ਜਾਣਾ ਦੋਹਾਂ ਨੇ ਹੀ ਜਾਣਾ, ਫੇਰ ਸ਼ਾਮ ਨੂੰ ਆਪਣੇ ਘਰ ਮੁੜੇ ਆਉਣਾ। ਹਾਂਜੀ, ਛੱਡ ਨਹੀਂ ਸਕਦੇ। ਸਾਡੇ ਇਹਨਾਂ ਦੇ ਦਾਦਾ ਜੀ ਥੋੜ੍ਹੇ ਜਿਹੇ ਤੈਚਲ ਹੋਏ ਵੀ ਨੇ ਕੁੱਟ ਕਰਕੇ, ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ। ਫਿਰ ਅਸੀਂ ਖੇਤਾਂ 'ਚ ਬਾਹਰ ਰਹਿੰਦੇ ਹਾਂ, ਫਿਰ ਸਾਨੂੰ ਨੋਬ ਨਹੀਂ ਨਾ ਛੱਡਣੀ ਪੈਂਦੀ। ਅੱਜ ਵੀ ਅਸੀਂ ਅਜੇ ਸਰਦਾਰ ਰਣ ਸਿੰਘ ਜੀ ਹੈਗੇ ਆ? ਨਾ ਜੀ, ਹੈ ਨਹੀਂ, ਉਹ ਤਾਂ ਪੂਰੇ ਹੋ ਗਏ ਜੀ। ਅੱਛਾ, ਉਹ ਚੜ੍ਹਾਈ ਕਰ ਗਿਆ। ਹਾਂਜੀ, ਉਹ ਚੜ੍ਹਾਈ ਕਰ ਗਏ। ਠੀਕ ਹੈ। ਤੁਹਾਡੇ ਸਰਦਾਰ ਜਿਹੜੇ ਆ, ਉਹਨਾਂ ਦੀ ਵੀ ਸਿਹਤ ਜਿਹੜੀ ਆ ਢਿੱਲੀ ਆ, ਹਾਂਜੀ, ਕਿਉਂਕਿ ਉਹ ਵੀ ਤਸ਼ੱਦਦ ਬਹੁਤ ਸਿਆ ਉਹਨਾਂ ਨੂੰ। ਹਾਂਜੀ, ਉਹ ਤਾਂ ਸਿਆਣੇ ਜੇ ਹੋ ਗਏ, ਬਹੁਤ ਢਿੱਲੀ ਆ, ਤੇ ਕੰਨਾਂ ਤੋਂ ਨਹੀਂ ਸੁਣਦਾ ਹੈਗਾ। ਕੋਠੇ ਤੋਂ ਗਿਰ ਗਏ ਸੀਗੇ, ਫੇਰ ਸੱਟ ਵੱਜੀ ਉਹਨਾਂ ਦੇ। ਪਹਿਲੇ ਵੀ ਨਹੀਂ ਤੀ ਸੁਣਦਾ, ਹੁਣ ਤਾਂ ਜਮਾ ਹੀ ਸੁਣਨੇ ਤੇ ਹਟ ਗਿਆ। ਹੁਣ ਜਣੀ ਦਿਮਾਗ ਥਾਏ ਚੱਲ ਜਿਹਾ ਹੀ ਹੋ ਗਿਆ ਜੀ। ਚਲੋ ਕੋਈ ਨਹੀਂ, ਦਾਖਲ ਕਰਾ ਕੇ ਰੱਖੇ ਨੇ ਉਹ ਵੀ। ਹੁਣ ਬੇਟਾ ਸਾਡਾ ਤੁਹਾਨੂੰ ਪਤਾ ਹੀ ਵੀ ਕੈਸਾ ਹੈ। ਹਾਂਜੀ, ਚਲੋ ਕੋਈ ਨਹੀਂ, ਸਤਿਗੁਰੂ ਕਿਰਪਾ ਕਰਨਗੇ। ਸਤਿਗੁਰੂ ਉਹਨੂੰ ਵੀ ਸਮਤ ਬਖਸ਼ੇ। ਬਹੁਤ ਮਿਹਰਬਾਨੀ ਹੈ ਜੀ, ਔਰ ਤੁਹਾਡਾ ਧੰਨਵਾਦ ਇੱਕ ਵਾਰੀ ਫੇਰ ਕਿ ਤੁਸੀਂ ਰਲ ਮਿਲ ਕੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਇਕੱਠਿਆਂ ਤੁਸੀਂ ਇਹ ਸਾਰਾ। ਅਸੀਂ ਤਾਂ ਛੱਡਦੇ ਨਹੀਂ ਜੀ, ਗੁੱਡੀਆਂ ਵੀ ਸਾਡੀਆਂ ਬਹੁਤ। ਜੇ ਸਾਡਾ ਪਰਿਵਾਰ ਅੱਛਾ ਤੇ ਮੇਰੇ ਇੱਕ ਬੇਟਾ ਹੈ, ਇੱਕ ਬੇਟੀ ਆ, ਇਹਨਾਂ ਦੇ ਲੋ 4 ਗੁੱਡੀਆਂ। ਤੇ ਜੇ ਸਾਡਾ ਬੱਚਿਆਂ 'ਚ 67 ਤੀ, ਤਾਂ ਸਾਡਾ ਤਾਂ ਹੁਣ ਪਤਾ ਹੀ ਨਹੀਂ ਕੋਈ ਲੱਗਦਾ ਵੀ ਮੰਮੀ ਕਿਹੜੀ ਆ, ਵੱਡੀ ਮੰਮੀ, ਛੋਟੀ ਮੰਮੀ, ਐਦਾਂ ਹੀ ਕਹਿੰਦੇ। ਸਾਡਾ ਕੋਈ ਪਰਿਵਾਰ ਦੇ ਵਿੱਚ ਫਰਕ ਨਹੀਂ ਹੈਗਾ। ਸਾਡਾ ਬੇਟੀਆਂ ਨੇ, ਨਾ ਬੇਟੇ ਨੇ, ਨਾ ਸਾਡੀ ਨੂੰਹ ਨੇ ਕਦੇ ਫਰਕ ਵਾਲੀ ਗੱਲ ਨਹੀਂ ਕਰੀ। ਨਹੀਂ, ਅਸੀਂ ਤਾਂ ਹੁਣ ਕਦੀਆਂ ਅਲੱਗ ਹੋ ਜਾਂਦੇ, ਸਾਡੇ ਨਾਲ ਦੀਆਂ ਅਲੱਗ ਹੋ ਚੁੱਕੇ ਨੇ ਸਭ, ਜਿਹੜੀਆਂ 2-2 ਭੈਣਾਂ ਸਾਡੇ ਪਿੰਡ 'ਚ। ਅਸੀਂ ਤਾਂ ਵਾਹਿਗੁਰੂ ਦੀ, ਪ੍ਰਾਹੁਣੇ ਸਾਡੇ ਬਹੁਤ ਵਧੀਆ ਨੇ ਜੀ, ਸਾਡੇ ਜਵਾਈ ਬਹੁਤ ਅੱਛੇ ਨੇ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਇਸੇ ਤਰ੍ਹਾਂ ਹੀ ਤੁਹਾਡਾ ਪਿਆਰ ਇਤਫਾਕ ਪਰਿਵਾਰ 'ਚ ਬਣਿਆ ਰਵੇ, ਕਿਉਂਕਿ ਗਾਂ ਸਤਿਗੁਰੂ ਤੁਹਾਨੂੰ ਤੱਤੀ ਵਾਹ ਨਾ ਲੱਗਣ ਦੇਣ, ਕਿਉਂਕਿ ਬੇਹੱਦ ਦੁੱਖ ਤੁਸੀਂ ਜਰ ਚੁੱਕੇ ਹੋ ਤੁਸੀਂ। ਜੀ ਅਸੀਂ ਤਾਂ ਬਹੁਤ ਝੱਲੇ ਆ ਦੁੱਖ, ਇੰਨੇ ਤਾਂ ਮੈਂ ਕਹਿੰਦੀ ਕਿਸੇ ਨੇ ਝੱਲੇ ਨਹੀਂ ਜਿੰਨੇ ਮੈਂ ਝੱਲੇ ਨੇ। ਇਹਨਾਂ ਨੂੰ ਤਾਂ ਕੁਛ ਕਿਹਾ ਹੀ ਨਹੀਂ ਜਿੰਨਾ ਮੈਨੂੰ ਕੁਛ ਕਿਹਾ। ਇਹ ਤਾਂ ਚੱਲ ਅਸੀਂ ਪੇਸ਼ ਕਰਾਈ ਆ, ਮੇਰੇ ਭਾਈ ਨੇ ਲਿਆ ਕੇ ਪੇਸ਼ ਕਰਾਈ ਤੀ ਜੀ, ਇਹ ਨਾਲ ਮੇਰੇ ਘਰ ਵਾਲੇ ਨੇ। ਇਹਨੂੰ ਤਾਂ ਕੁਛ ਨਹੀਂ ਕਿਹਾ ਹੈਗਾ, ਮੇਰੇ ਨਾਲੇ ਬਹੁਤੀਆਂ ਕਰੀਆਂ ਨੇ। ਜਦ ਇਹ ਹੱਥ ਨਹੀਂ ਸੀ ਲੱਗਦੇ, ਫਿਰ ਮੈਨੂੰ ਲੈ ਜਾਂਦੇ ਤੇ ਫੜ ਕੇ। ਹਾਂਜੀ, ਇਹਨਾਂ ਨੂੰ ਤਾਂ ਇਹ ਕਹਿੰਦੀ, ਮੇਰੇ ਤਾਂ ਉਂਗਲੀ ਵੀ ਨਹੀਂ ਲਾਈ, ਮੇਰੇ ਤਾਂ ਕਰੰਟ, ਮੈਨੂੰ ਤਾਂ ਖੜਾ ਰੱਖਿਆ, ਉੱਪਰ ਵੀ ਲਮਕਾਇਆ ਮੈਨੂੰ ਤਾਂ। ਐਡੇ ਐਡੇ ਪੈਰ ਸੁੱਜ ਗਏ ਤੇ ਜੀ। 1.5 ਮਹੀਨਾ ਰੱਖਿਆ। ਛੋਟੀ ਜਿਹੀ ਬੇਟੀ ਦੀ ਨਾਲ ਮੇਰੀ, ਜਿਹੜੀ ਇੱਕੋ ਬੱਚੀ ਤੀ, 8-9 ਸਾਲ ਦੀ ਸੀਗੀ, ਉਹ ਵੀ ਮੇਰੇ ਨਾਲ ਹੀ ਸੀ। ਸਾਡੇ ਨਾਲ ਤਾਂ ਜੀ ਬਹੁਤ ਹੋਈਆਂ ਨੇ। ਚਲੋ ਸਤਿਗੁਰੂ ਕਿਰਪਾ ਕਰਨਗੇ ਜੀ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ, ਕਿਉਂਕਿ ਬਹੁਤ ਵੱਡਾ ਨਾਂ ਸੀ ਸ਼ਹੀਦ ਭਾਈ ਦਦਾਰ ਸਿੰਘ ਜੀ ਦਾ। ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਕਰੀਬੀ ਸਾਥੀ,
ਪਰਿਵਾਰ ਨੇ ਬੇਹੱਦ ਦੁੱਖ ਤਕਲੀਫਾਂ ਸਹੇ ਨੇ। ਤੇ ਨੰਬਰ ਇਹਨਾਂ ਦਾ ਉਹੀ ਹੈ ਜੀ 95 929 14467। ਇਸ ਨੰਬਰ ਦੇ ਉੱਤੇ ਕੰਟੈਕਟ ਕਰਿਓ। ਪਰਿਵਾਰ ਬੇਹੱਦ ਪਿਆਰ ਇਤਫਾਕ ਨਾਲ ਰਹਿ ਰਿਹਾ ਇੱਕੋ ਨੰਬਰ ਦੇ ਉੱਤੇ ਹੀ। ਜੋ ਵੀ ਤੁਸੀਂ ਇਹਨਾਂ ਨੂੰ ਮਦਦ ਭੇਜੋਗੇ ਸਮਝੋ ਇਹ ਸਾਂਝੀ ਪਰਿਵਾਰ ਦੇ ਵਿੱਚ ਹੀ ਵਰਤੀ ਜਾਏਗੀ। ਬੜੀ ਮਿਹਰਬਾਨੀ ਹੈ ਜੀ। ਅੱਜ ਅਸੀਂ ਤੁਹਾਨੂੰ ਦੋਨਾਂ ਭੈਣਾਂ ਨੂੰ 25000 ਰੁਪਈਆ ਜਿਹੜਾ ਤੁਹਾਡੇ ਸਪੁਰਦ ਕਰ ਰਹੇ ਹਾਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਸਾਡੇ ਵੱਲੋਂ ਜਿਹੜੀ ਸੰਗਤ ਸਾਡੇ ਕੋਲ ਸੇਵਾ ਭੇਜਦੀ ਆ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਬਹੁਤ ਮਿਹਰਬਾਨੀ। ਸਾਧ ਸੰਗਤ ਜੀ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ ਅਸੀਂ ਸ਼ਹੀਦ ਭਾਈ ਦੀਦਾਰ ਸਿੰਘ ਜੀ ਦੇ ਪਰਿਵਾਰ ਦੇ ਸਪੁਰਦ 25000 ਰੁਪਏ ਦੀ ਇਹ ਰਕਮ ਕਰ ਰਹੇ ਹਾਂ। ਤੇ ਇਹਨਾਂ ਦਾ ਫ਼ੋਨ ਨੰਬਰ ਹੈ ਜੀ 95 929 14467। ਇਸ ਨੰਬਰ ਦੇ ਉੱਤੇ ਡਾਇਰੈਕਟ ਫ਼ੋਨ ਕਰਕੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਿਓ ਤੇ ਯਥਾ ਸੰਭਵ ਸਹਾਇਤਾ ਵੀ ਕਰਨ ਦੀ ਕੋਸ਼ਿਸ਼ ਕਰਿਓ। ਅਸੀਂ ਤੁਹਾਡੇ ਬੇਹੱਦ ਧੰਨਵਾਦੀ ਹੋਵਾਂਗੇ। ਸ਼ਹੀਦ ਭਾਈ ਦੀਦਾਰ ਸਿੰਘ ਖਾੜਕੂ ਸਫਾਂ ਦਾ ਇੱਕ ਵੱਡਾ ਨਾਂ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਕਰੀਬੀ ਸਾਥੀ ਰਿਹਾ ਤੇ ਉਹਨਾਂ ਨੂੰ ਇੱਕ ਮੁਕਾਬਲੇ ਦੇ ਵਿੱਚ ਕੱਢਣ ਲਈ ਆਪਣੀ ਜਾਨ ਵੀ ਕੁਰਬਾਨ ਕੀਤੀ ਆ। ਬਹੁਤ ਯੋਧਾ ਸੀਗਾ ਸ਼ਹੀਦ ਭਾਈ ਦੀਦਾਰ ਸਿੰਘ। ਇਸ ਪਰਿਵਾਰ ਦੇ ਲਈ ਜ਼ਰੂਰ ਦੋ ਹਮਦਰਦੀ ਦੇ ਲਫ਼ਜ਼ ਇਹਨਾਂ ਨਾਲ ਸਾਂਝੇ ਕਰਿਓ ਇਹਨਾਂ ਦੇ ਫ਼ੋਨ ਨੰਬਰ 'ਤੇ ਗੱਲ ਕਰਕੇ। ਬੜੀ ਮਿਹਰਬਾਨੀ ਸਾਧ ਸੰਗਤ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਬਹੁਤ ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।